ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਸਿੰਘ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਸ਼ੋਅ ਵਾਨਾਵਰ ਦੇ ਵਿੱਚ। ਸਾਡੇ ਨਾਲ ਅੱਜ ਮੌਜੂਦ ਨੇ ਜੀ ਕੈਲਗਰੀ ਮੈਕੌਲ ਤੋਂ ਵਾਈਲਡ ਰੋਜ਼ ਦੇ ਨੋਮੀਨੇਟ ਕੈਂਡੀਡੇਟ ਹੈਪੀ ਮਾਨ ਜੀ। ਇਸ ਤੋਂ ਪਹਿਲਾਂ ਵੀ ਹੈਪੀ ਮਾਨ ਜੀ ਕੈਲਗਰੀ ਕ੍ਰਾਸ ਤੋਂ 2012 ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਲੜ ਚੁੱਕੇ ਨੇ। ਸੋ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਉੱਤੇ ਔਰ ਸਾਡੇ ਸ਼ੋਅ ਦੇ ਵਿੱਚ। ਹੈਪੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਵੀ ਔਰ ਸਾਡੇ ਚੈਨਲ 'ਤੇ ਵੀ। ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਕੱਢਿਆ ਅਤੇ ਸਾਡੇ ਕੋਲ ਇੱਥੇ ਆਏ। ਥੈਂਕ ਯੂ ਭਾਅ ਜੀ, ਤੁਹਾਡੀ ਸਮੁੱਚੀ ਟੀਮ ਦਾ, ਚੱਕ ਤੇ ਟੀਵੀ ਦੇ ਲਿਸਨਰਸ ਸਰੋਤਿਆਂ ਦਾ, ਵਿਊਅਰਸ ਦਾ, ਮੇਰੇ ਵੱਲੋਂ, ਮੇਰੀ ਪਾਰਟੀ ਵੱਲੋਂ, ਸਮੁੱਚੀ ਐਗਜ਼ੈਕਟਿਵ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਜੇ ਅਸੀਂ ਗੱਲ ਕਰੀਏ ਕਿ ਤੁਹਾਡੀ ਜਿਹੜੀ ਇੱਕ ਹੈ ਕਿ ਇੱਕ ਇੰਟਰੋਡਕਸ਼ਨ, ਕਿਉਂਕਿ ਤੁਸੀਂ ਹੋਰ ਵੀ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਪਾਰਟੀ ਦੇ ਵਿੱਚ ਕੰਮ ਕਰ ਰਹੇ ਹੋ ਵਾਈਲਡ ਰੋਜ਼ ਦੇ ਵਿੱਚ, ਸੋ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਮੈਂ ਵਾਈਲਡ ਰੋਜ਼ ਪਾਰਟੀ ਦੇ ਨਾਲ ਪਿਛਲੀਆਂ ਇਲੈਕਸ਼ਨਸ ਤੋਂ ਪਹਿਲਾਂ ਦਾ, ਜਦੋਂ ਤੋਂ ਡੈਨੀਅਲ ਸਮਿਥ ਲੀਡਰ ਬਣੇ ਨੇ, ਜੁੜਿਆ ਹੋਇਆ। ਪਿਛਲੀ ਵਾਰ ਮੈਂ ਵਾਈਲਡ ਰੋਜ਼ ਪਾਰਟੀ ਦਾ ਕੈਂਡੀਡੇਟ ਸੀ ਕੈਲਗਰੀ ਕ੍ਰਾਸ ਏਰੀਏ ਤੋਂ। ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਵਾਈਲਡ ਰੋਜ਼ ਪਾਰਟੀ ਦੀ ਐਗਜ਼ੈਕਟਿਵ 'ਚ ਐਜ਼ ਅ ਪ੍ਰੋਵਿੰਸ਼ੀਅਲ ਡਾਇਰੈਕਟਰ ਸਰਵ ਕਰਨ ਦਾ। ਨਾਲ ਹੀ ਪਾਰਟੀ ਨੇ ਮੈਨੂੰ ਪ੍ਰੋਵਿੰਸ਼ਲੀ ਕਮਿਊਨਿਟੀ ਆਊਟਰੀਚ ਦਾ ਡਾਇਰੈਕਟਰ ਦਾ ਅਹੁਦਾ ਦਿੱਤਾ ਹੋਇਆ, ਉਹ ਜ਼ਿੰਮੇਵਾਰੀਆਂ ਨਿਭਾ ਰਿਹਾ। ਅਤੇ ਨਾਲ ਹੀ ਮੈਂ ਐਥਨਿਕ ਕਮਿਊਨਿਟੀਜ਼ ਦਾ ਸਪੋਕਸਪਰਸਨ ਹੈ। ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਵਾਈਲਡ ਰੋਜ਼ ਪਾਰਟੀ ਦੀਆਂ ਨਿਭਾ ਰਿਹਾ ਐਟ ਪ੍ਰੈਜ਼ੈਂਟ। ਮਤਲਬ ਇੱਕ ਬਹੁਤ ਹੀ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ। ਖੈਰ ਬਿਲਕੁਲ ਜੀ, ਜਦੋਂ ਤੁਸੀਂ ਪਾਰਟੀ ਲਈ ਸਰਵ ਕਰਨਾ ਹੁੰਦਾ ਅਤੇ ਜੀ ਜਾਨ ਨਾਲ ਕਰਨਾ ਚਾਹੀਦਾ। ਮੈਂ ਜਿੰਨੀ ਵੀ ਮੇਰੇ ਕੋਲ ਵੱਧ ਤੋਂ ਵੱਧ ਸੇਵਾ ਹੋ ਸਕਦੀ ਆਪਣੀ ਪਾਰਟੀ ਦੇ ਨਾਲ, ਮੈਂ ਉਹ ਕਰ ਰਿਹਾ। ਭਾਅ ਜੀ ਅਗਰ ਤੁਸੀਂ ਕਮਿਊਨਿਟੀ ਦੇ ਵਿੱਚ ਜਾਂਦੇ ਹੋ, ਹੁਣ ਬਾਈ ਇਲੈਕਸ਼ਨਸ ਚੱਲਦੀਆਂ ਪਈਆਂ, ਇਹਦੇ ਵਿੱਚ ਬਹੁਤ ਸਾਰੇ ਕੁਐਸਚਨਸ ਜਿਹੜੇ ਆ ਤੁਹਾਨੂੰ, ਜਾਂ ਬਹੁਤ ਸਾਰੇ ਮੁੱਦੇ ਆਪਣੀ ਕਮਿਊਨਿਟੀ ਜ਼ਰੂਰ ਰੇਜ਼ ਕਰਦੀ ਹੋਵੇਗੀ ਕਿ ਸਾਨੂੰ ਆਹ ਮੁਸ਼ਕਿਲਾਂ ਆਉਂਦੀਆਂ ਜਾਂ ਆਹ ਮੁੱਦੇ ਸਾਡੇ ਹੈਗੇ ਆ। ਤੁਹਾਨੂੰ ਕਿੱਦਾਂ ਦੇ ਮੁੱਦੇ ਜ਼ਿਆਦਾਤਰ ਜਿਹੜੇ ਆ ਉਹ ਕਮਿਊਨਿਟੀ ਦੇ ਵਿੱਚ ਸੁਣਨ ਨੂੰ ਮਿਲਦੇ ਆ ਐਟ ਪ੍ਰੈਜ਼ੈਂਟ? ਕਿਉਂਕਿ ਬਾਈ ਇਲੈਕਸ਼ਨਸ ਚੱਲਦੀਆਂ ਨੇ ਅਤੇ ਸਾਡੀ ਕਮਿਊਨਿਟੀ ਜ਼ਿਆਦਾਤਰ ਨਾਰਥ ਈਸਟ ਦੇ ਵਿੱਚ ਹੈਗੀ ਆ, ਔਰ ਕੋਈ ਵੀ ਬਾਈ ਇਲੈਕਸ਼ਨ ਜਿਹੜੀ ਆ ਨਾਰਥ ਈਸਟ ਦੇ ਵਿੱਚ ਨਹੀਂ ਹੈਗੀ। ਇਸ ਲਈ ਜਿਹੜੀ ਡਾਇਰੈਕਟ ਮੁੱਦਿਆਂ ਦੀ ਗੱਲਬਾਤ ਹੈਗੀ ਆ ਉਹ ਇਸ ਵੇਲੇ ਨਹੀਂ ਚੱਲ ਰਹੀ। ਪਰ ਅਸੀਂ ਡੋਰ ਨੌਕਿੰਗ ਕਰਦੇ ਹੈਗੇ, ਜਿਹੜੇ ਸਾਡੇ ਕੈਲਗਰੀ ਫੁੱਟਹਿਲਸ ਤੋਂ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਆ, ਉਸ ਏਰੀਏ ਦੇ ਵਿੱਚ ਜਦੋਂ ਅਸੀਂ ਡੋਰ ਨੌਕਿੰਗ ਕਰਦੇ ਹਾਂ ਤਾਂ ਉੱਥੇ ਵੀ ਕਾਫੀ ਆਪਣਾ ਭਾਈਚਾਰਾ ਹੈਗਾ ਜੀ। ਅਤੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਅਤੇ ਬਿਲਕੁਲ ਉਹ ਮੁੱਦੇ ਆਉਂਦੇ ਨੇ, ਜਿਹੜੇ ਮੁੱਦੇ ਨੇ ਉਹ ਬੇਸਿਕ ਅਲਬਰਟਨਸ ਦੇ ਮੁੱਦੇ ਨੇ। ਠੀਕ ਹੈ ਜੀ। ਲੋਕ ਅੱਜ ਵੀ ਹੈਲਥ ਕੇਅਰ ਨੂੰ ਆਪਣਾ ਮੁੱਦਾ ਸਮਝਦੇ ਨੇ, ਲੋਕ ਅੱਜ ਵੀ ਐਜੂਕੇਸ਼ਨ ਨੂੰ ਆਪਣਾ ਮੁੱਦਾ ਸਮਝਦੇ ਨੇ। ਸੋ ਲੋਕਾਂ ਦੇ ਲਈ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ, ਜਿਹੜੀਆਂ ਐਜ਼ ਐਨ ਅਲਬਰਟਨਸ ਉਹਨਾਂ ਨੂੰ ਚਾਹੀਦੀਆਂ ਨੇ, ਉਹ ਅੱਜ ਵੀ ਉਹਨਾਂ ਮੁੱਦਿਆਂ ਨੂੰ ਡਿਸਕਸ ਕਰਨਾ ਚਾਹੁੰਦੇ ਨੇ। ਔਰ ਜਿਹੜੀਆਂ ਗਵਰਨਮੈਂਟ ਦੀਆਂ ਨਾਅਲੀਅਤ ਪਿਛਲੇ ਸਮੇਂ ਤੋਂ ਗਵਰਨਮੈਂਟ ਨੇ ਜੋ ਕੀਤਾ ਹੈ, ਲੋਕ ਉਹਨਾਂ 'ਤੇ ਡਿਸਕਸ ਕਰਨਾ ਚਾਹੁੰਦੇ ਨੇ। ਉਹ ਇੰਟਾਈਟਲਮੈਂਟ ਦੀ ਗੱਲ ਹੈਗੀ ਆ, ਵੇਸਟਫੁਲ ਸਪੈਂਡਿੰਗ ਦੀ ਗੱਲ ਹੈਗੀ ਆ, ਜਿਹੜੀ ਇਹਨਾਂ ਨੇ ਟੈਕਸ ਪੇਅਰਸ ਦਾ ਇੰਨਾ ਪੈਸਾ ਖਰਾਬ ਕੀਤਾ, ਇਹ ਸਾਰੇ ਮੁੱਦੇ ਭਾਰੂ ਨੇ। ਠੀਕ ਹੈ ਜੀ। ਮਤਲਬ ਜੋ ਅੱਜ ਕੱਲ੍ਹ ਸਾਰੇ ਪਾਸੇ ਚੱਲਦੇ ਪਏ ਉਹੀ ਮੁੱਦੇ ਤੁਹਾਨੂੰ ਸੁਣਨ ਨੂੰ ਮਿਲਦੇ ਆ। ਅਤੇ ਇਹਨਾਂ ਮੁੱਦਿਆਂ ਦੇ ਵਿੱਚ ਹੁਣ ਤੁਸੀਂ ਗੱਲ ਕੀਤੀ ਕਿ ਇੰਟਾਈਟਲਮੈਂਟ ਜਾਂ ਜਿਹੜੇ ਸਿਵਰੈਂਸਿਸ ਖਾਸ ਤੌਰ 'ਤੇ ਪਿਛਲੇ ਸਮੇਂ ਦੇ ਵਿੱਚ ਹੁਣੇ ਪੇ ਕੀਤੇ ਗਏ ਆ, ਸੋ ਇਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਜਾਂ ਇਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਪੇਸ਼ ਕਰਨ ਦੇ ਲਈ ਵਾਈਲਡ ਰੋਜ਼ ਵੱਲੋਂ ਕੀ ਪਲਾਨ ਜਿਹੜੇ ਹੈਗੇ ਆ ਉਹ ਕੀਤੇ ਜਾ ਰਹੇ ਆ? ਕਿਉਂਕਿ ਸਿਵਰੈਂਸਿਸ ਜਿਹੜੇ ਅਮਾਊਂਟ ਹੈਗੇ ਬਹੁਤ ਜ਼ਿਆਦਾ ਆ, ਅਤੇ ਇਹਨਾਂ ਨੂੰ ਇੱਕ ਲਿਮਿਟ ਦੇ ਵਿੱਚ ਰੱਖਣ ਲਈ ਵਾਈਲਡ ਰੋਜ਼ ਦੀ ਕੀ ਪੋਲਿਸੀ ਹੈਗੀ? ਇੱਕ ਯੂਨੀਕ ਗੱਲ ਹੋਈ ਆ ਕਿ ਆਮ ਤੌਰ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ, ਉਹ ਕਦੇ ਵੀ ਆਪਣੇ ਜਿਹੜੇ ਪਲੇਟਫਾਰਮਸ ਨੇ ਉਹ ਇੰਨੀ ਜਲਦੀ ਰੋਲ ਆਊਟ ਨਹੀਂ ਕਰਦੇ, ਇੰਨੀ ਜਲਦੀ ਪਬਲਿਕ ਨੂੰ ਨਹੀਂ ਦੱਸਦੀਆਂ। ਸਾਡੀ ਲੀਡਰ ਡੈਨੀਅਲ ਸਮਿਥ ਅਤੇ ਕਾਕਸ ਨੇ ਇਹ ਕੰਮ ਕੀਤਾ ਕਿ ਅਸੀਂ ਅਲਬਰਟਨਸ ਨੂੰ, ਜਿਹੜੇ ਉਹਨਾਂ ਦੇ ਨਾਲ ਰਿਲੇਟਡ ਮੁੱਦੇ ਸੀ, ਉਹਨਾਂ ਦੇ ਉੱਤੇ ਪਾਰਟੀ ਪੋਲਿਸੀਜ਼ ਜਿਹੜੀਆਂ ਨੇ, ਪਾਰਟੀ ਦਾ ਪਲੇਟਫਾਰਮ ਆਲਰੇਡੀ ਰੋਲ ਆਊਟ ਕਰਕੇ ਦੱਸ ਦਿੱਤਾ ਜੀ। ਅਸੀਂ ਆਪਣੀ ਪਿਕਚਰ ਗਵਰਨਮੈਂਟ ਇਨ ਵੇਟਿੰਗ ਦੇ ਤੌਰ 'ਤੇ ਕਲੀਅਰ ਕੀਤੀ ਅਲਬਰਟਨਸ ਨੂੰ ਕਿ 2016 ਦੇ ਵਿੱਚ ਜਦੋਂ ਅਸੀਂ ਸਰਕਾਰ ਬਣਾਵਾਂਗੇ ਅਸੀਂ ਤੁਹਾਡੇ ਲਈ ਕੀ ਕਰਾਂਗੇ। ਉਹਦੇ ਵਿੱਚ ਜਿਹੜੀਆਂ ਸੈਵਰੈਂਸਿਸ ਨੂੰ ਕੈਪ ਕਰਨ ਦੀ ਗੱਲ ਹੈ, ਅਸੀਂ ਬੜੀ ਕਲੀਅਰ ਦੱਸ ਚੁੱਕੇ ਹਾਂ। ਠੀਕ ਹੈ ਜੀ। ਸੋ ਅਸੀਂ ਅਲਬਰਟਨਸ ਤੋਂ ਕੁਛ ਲੁਕੋਇਆ ਹੀ ਨਹੀਂ। ਸਾਡੀ ਐਜੂਕੇਸ਼ਨ ਪਾਲਿਸੀ ਆ, ਚਾਹੇ ਸਾਡੀ ਸੈਵਰੈਂਸ ਪੈਕੇਜਸ ਨੂੰ ਕੰਟਰੋਲ ਕੈਪ ਕਰਨ ਦੀ ਪਾਲਿਸੀ ਆ, ਅਸੀਂ ਹਰ ਇੱਕ ਪਾਲਿਸੀ, ਚਾਹੇ ਉਹ ਸਾਡੀ ਹੈਲਥ ਦੀ ਪਾਲਿਸੀ ਆ, ਲੋਕਾਂ ਨੂੰ ਦੱਸ ਚੁੱਕੇ ਹਾਂ।
ਔਰ ਇਹ ਇੱਕ ਯੂਨੀਕ ਮੁੱਦਾ ਆ ਕਿ ਗਵਰਨਮੈਂਟ ਰਨ ਕਰ ਰਹੀ ਆ ਔਰ ਅਸੀਂ ਡਿਕਟੇਟ ਕਰ ਰਹੇ ਹਾਂ ਕਿ ਜਦੋਂ ਅਸੀਂ ਪਾਲਿਸੀ ਰੋਲ ਓਵਰ ਕਰਦੇ ਹਾਂ ਗਵਰਨਮੈਂਟ ਅੱਜ ਦੀ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਆ। ਬਿਲਕੁਲ, ਮੇਰਾ ਅਗਲਾ ਸਵਾਲ ਇਹੀ ਸੀਗਾ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਜਾਂ ਜੋ ਵੀ ਤੁਸੀਂ ਮੁੱਦਾ ਚੱਕ ਰਹੇ ਹੋ ਉਹ ਮੁੱਦਾ ਹੁਣੀ ਗਵਰਨਮੈਂਟ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਾਂ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ। ਤੁਸੀਂ ਸੀਨੀਅਰ ਕੇਅਰ ਦੀ ਗੱਲ ਕੀਤੀ ਆ, ਸੀਨੀਅਰ ਕੇਅਰ ਦੇ ਬਾਰੇ ਵਿੱਚ ਉਹਨਾਂ ਨੂੰ ਵੱਲੋਂ ਅਨਾਊਂਸਮੈਂਟ ਕਰ ਦਿੱਤੀ ਗਈ। ਉਸ ਤੋਂ ਇਲਾਵਾ ਸਕੂਲਾਂ ਦੀ ਗੱਲ ਕੀਤੀ ਗਈ, ਉਹਦੇ ਉੱਤੇ ਅਨਾਊਂਸਮੈਂਟ ਕਰ ਦਿੱਤੀ ਗਈ। ਇਹ ਸਿਰਫ ਇੱਕ ਕਹਿ ਸਕਦੇ ਹਾਂ ਕਿ ਪਾਰਟੀ ਤੋਂ ਗਵਰਨਮੈਂਟ ਤੋਂ ਕੰਮ ਕਰਾਉਣ ਦਾ ਤਰੀਕਾ ਹੈ। ਨਹੀਂ, ਇਸ ਨੂੰ ਤੁਸੀਂ ਦੋ ਐਂਗਲਸ ਤੋਂ ਦੇਖਣਾ ਪਵੇਗਾ। ਇੱਕ ਤਾਂ ਇਹ ਦੇਖੋ ਕਿ ਅਲਬਰਟਾ ਦੇ ਵਿੱਚ ਕਦੇ ਬਹੁਤ ਚਿਰਾਂ ਬਾਅਦ ਇਹ ਅਪਰਚੁਨਿਟੀ ਮਿਲੀ ਹੈ ਕਿ ਇੱਕ ਇਫੈਕਟਿਵ ਜਿਹੜੀ ਓਪੋਜੀਸ਼ਨ ਸੀ ਉਹ ਨਹੀਂ ਸੀਗੀ। ਠੀਕ ਹੈ ਜੀ। ਇਹ ਪਹਿਲੀ ਵਾਰ ਹੋਇਆ ਕਾਫੀ ਸਾਲਾਂ ਤੋਂ ਕਿ ਇੱਕ ਇਫੈਕਟਿਵ ਓਪੋਜੀਸ਼ਨ ਆਈ ਆ ਡੈਨੀਅਲ ਸਮਿਥ ਦੀ ਲੀਡਰਸ਼ਿਪ ਦੇ ਵਿੱਚ, ਜਿਨ੍ਹਾਂ ਨੇ ਲੋਕਾਂ ਨੂੰ ਨਾਟ ਓਨਲੀ ਕਿ ਗਵਰਨਮੈਂਟ ਨੂੰ ਐਕਸਪੋਜ਼ ਕੀਤਾ ਹੋਵੇ ਪਰ ਲੋਕਾਂ ਨੂੰ ਗਾਹਾਂ ਦੀ ਵੀ ਦੱਸੀ ਹੋਵੇ ਕਿ ਅਸੀਂ ਕਿਵੇਂ ਗਵਰਨ ਕਰਾਂਗੇ। ਠੀਕ ਹੈ ਜੀ। ਜਦੋਂ ਹੁਣ ਪਬਲਿਕ ਨੂੰ ਜਿਹੜੇ ਮੁੱਦੇ ਰੋਜ਼ਮਰਾ ਦੀ ਜ਼ਿੰਦਗੀ ਦੇ ਚਾਹੀਦੇ ਨੇ, ਜਦੋਂ ਐਜ਼ ਐਨ ਓਪੋਜੀਸ਼ਨ ਪਾਰਟੀ ਅਸੀਂ ਉਹਨਾਂ ਨੂੰ ਰੋਲ ਆਊਟ ਕੀਤਾ, ਹੁਣ ਗਵਰਨਮੈਂਟ ਨੂੰ ਨੈਚੁਰਲੀ ਪਤਾ ਕਿ ਵਾਈਲਡ ਰੋਜ਼ ਪਾਰਟੀ ਦੀਆਂ ਪਾਲਿਸੀਜ਼ ਬੜੀਆਂ ਲੋਕ ਪੱਖੀ ਨੇ। ਵਾਈਲਡ ਰੋਜ਼ ਪਾਰਟੀ ਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਲੋਕਾਂ ਨੂੰ ਲੁਭਾਉਂਦੀਆਂ ਨੇ ਔਰ ਲੋਕਾਂ ਦੇ ਲਈ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਔਰ ਉਹਨਾਂ ਕੋਲ ਬਚਦਾ ਕੁਛ ਨਹੀਂ ਕਿਉਂਕਿ ਵਿਜ਼ਨ ਹੈ ਨਹੀਂ ਖੁਦ ਦੀ। ਜੇ ਤਾਂ ਇਹਨਾਂ ਕੋਲ ਖੁਦ ਦੀ ਵਿਜ਼ਨ ਹੋਵੇ ਤੇ ਆਪਣੀ ਪਾਲਿਸੀਜ਼ ਰੋਲ ਓਵਰ ਕਰਨ। ਇੱਥੋਂ ਪਤਾ ਲੱਗਦਾ ਲੀਡਰਸ਼ਿਪ ਦਾ ਕਿ ਡੈਨੀਅਲ ਸਮਿਥ ਤੇ ਕਾਕਸ ਦੀ ਵਿਜ਼ਨ ਹੈ, ਅਸੀਂ ਪਾਲਿਸੀਜ਼ ਰੋਲ ਆਊਟ ਕਰਦੇ ਹਾਂ। ਇਹਨਾਂ ਕੋਲ ਵਿਜ਼ਨ ਨਹੀਂ, ਇੱਕ ਫੋਲੋ ਅਪ ਦੇ ਤੌਰ ਤੇ ਕਰ ਰਹੇ ਨੇ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਅਗਲੇ 2016 ਦੇ ਵਿੱਚ ਗਵਰਨਮੈਂਟ ਕਿਹਨਾਂ ਨੂੰ ਬਣਾਉਣੀ ਚਾਹੀਦੀ ਆ ਤੇ ਆਪੋਜੀਸ਼ਨ 'ਚ ਕੌਣ ਬਹਿਣਾ ਚਾਹੀਦਾ। ਠੀਕ ਹੈ ਜੀ। ਸੋ ਰਿਐਲਿਟੀ ਦੇ ਵਿੱਚ ਰੂਲਿੰਗ ਪਾਰਟੀ ਐਜ਼ ਐਨ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀ ਆ ਤੇ ਆਪੋਜੀਸ਼ਨ ਐਜ਼ ਅ ਰੂਲਿੰਗ ਪਾਰਟੀ ਦਾ ਰੋਲ ਅਦਾ ਕਰਕੇ ਅਸੀਂ ਰੋਲ ਆਊਟ ਕਰ ਰਹੇ ਹਾਂ ਆਪਣੀਆਂ ਪਾਲਿਸੀਜ਼ ਕਿ ਹਾਊ ਵੀ ਵਿਲ ਗਵਰਨ ਅਲਬਰਟਾ। ਠੀਕ ਹੈ ਜੀ। ਸੋ ਇਸ ਸਮੇਂ ਜੇ ਗੱਲ ਕਰੀਏ ਤਾਂ ਇੱਕ ਦੂਜੇ ਉੱਤੇ ਦੋਸ਼ ਵੀ ਬਹੁਤ ਜ਼ਿਆਦਾ ਲਾਏ ਜਾ ਰਹੇ ਆ। ਜੇ ਪ੍ਰੀਮੀਅਰ ਸਾਹਿਬ ਦੇ ਉੱਤੇ, ਜਿਮ ਪ੍ਰੈਂਟਿਸ ਦੇ ਉੱਤੇ ਬਹੁਤ ਸਾਰੇ ਜਿਹੜੇ ਹੁਣ ਆਰੋਪ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਲਗਾਏ ਜਾ ਰਹੇ ਆ। ਜੇ ਸਿਵਰੈਂਸਿਸ ਦੀ ਗੱਲ ਹੋਈ ਸੀਗੀ ਉਹਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਲੰਬੇ ਹੱਥੀ ਲਿਆ ਗਿਆ ਡੈਨੀਅਲ ਸਮਿਥ ਵੱਲੋਂ। ਅਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ? ਦੇਖੋ, ਮੈਂ ਕਲੀਅਰ ਕਰਦਾ ਤੁਹਾਨੂੰ ਕਿ ਅਸੀਂ ਦੋਸ਼ ਜਾਂ ਆਰੋਪ ਨਹੀਂ ਲਾ ਰਹੇ, ਗੱਲ ਰਿਐਲਿਟੀ ਦੀ ਆ। ਅਸੀਂ ਇਹ ਗੱਲ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਇੱਕ ਬੰਦੇ ਦਾ ਫੇਸ ਚੇਂਜ ਹੋਣ ਨਾਲ ਕਦੇ ਪਾਰਟੀ ਨਹੀਂ ਚੇਂਜ ਹੁੰਦੀ। ਜੋ ਕੰਮ ਐਡ ਸਟੈਲਮੈਕ ਉਹਨਾਂ ਨੇ ਸ਼ੁਰੂ ਕੀਤਾ ਸੀ ਉਸ ਕੰਮ ਨੂੰ ਦੇਖ ਲਓ। ਉਸ ਤੋਂ ਬਾਅਦ ਐਲਿਸਨ ਰੈਡਫੋਰਡ ਦਾ ਐਰਾ ਦੇਖ ਲਓ। ਜਿੱਦਣ ਐਡ ਸਟੈਲਮੈਕ ਹੁਣੀ ਆਏ ਆ ਉਦਣ ਵੀ ਫਾਲਸ ਪ੍ਰੋਮਿਸਿਸ ਹੋਏ ਆ, ਲੋਕਾਂ ਨੂੰ ਲੁਭਾਵੇਂ ਨਾਅਰੇ ਦੇ ਦੇ ਕੇ ਸਰਕਾਰ ਬਣੀ ਸੀ। ਐਲਿਸਨ ਰੈਡਫੋਰਡ ਆਏ ਨੇ, ਲੋਕਾਂ ਨੂੰ ਲੁਭਾਵੇਂ ਨਾਅਰੇ ਦੇ ਦੇ ਕੇ ਸਰਕਾਰ ਬਣੀ ਆ। ਕੀ ਉਹ ਜਿਹੜੇ ਨਾਅਰੇ ਦਿੱਤੇ ਗਏ ਸਨ, ਕੀ ਉਹ ਜਿਹੜੀਆਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਉਹ ਵਫਾ ਹੋਏ? 100 ਦੇ ਹਿਸਾਬ ਨਾਲ ਸਕੂਲ ਅਨਾਊਂਸ ਹੋਏ, ਕੋਈ ਨਹੀਂ ਬਣਿਆ। ਐਟ ਪ੍ਰੈਜ਼ੈਂਟ ਆਫਟਰ ਆਲਮੋਸਟ 3 years ਇੱਕ ਸਕੂਲ ਨੂੰ ਟੱਕ ਲੱਗਾ, ਉਹ ਵੀ ਜਿਹੜਾ ਨਾਰਥ ਈਸਟ ਦੇ ਵਿੱਚ। ਹੁਣ ਇਸ ਤੋਂ ਅੱਗੇ ਚੱਲੋ। ਇੱਕ ਹੈ ਕਿ ਕੰਟੀਨਿਊਟੀ ਸਿਸਟਮ। ਅਸੀਂ ਜਦੋਂ ਜਿਮ ਪ੍ਰਿੰਟਸ ਉਹਨਾਂ ਨੂੰ ਕਹਿੰਦੇ ਹਾਂ, ਦੇਖੋ ਜਿਹੜਾ ਲਵ ਆਫ ਦਾ ਸਟੇਟ ਹੁੰਦਾ, ਜਿਹੜੀ ਸਾਡੇ ਕੋਲ ਟੀਮ ਆ, ਜਿਹੜੀ ਵਾਈਲਡ ਰੋਜ਼ ਕੋ ਟੀਮ ਆ, ਜੇ ਅਸੀਂ ਲੋਕ ਮੋਰੇ ਆ ਰਹੇ ਹਾਂ, ਅਸੀਂ ਕੋਈ ਕਰੀਅਰ ਪੋਲੀਟੀਸ਼ੀਅਨ ਨਹੀਂ ਮੋਰੇ ਆ ਰਹੇ, ਅਸੀਂ ਪਬਲਿਕ 'ਚੋਂ ਲੋਕ ਹਾਂ ਜਿਹੜੇ ਪਬਲਿਕ ਦੀ ਸੇਵਾ ਲਈ ਅੱਗੇ ਆ ਰਹੇ ਹਾਂ। ਜਿਹੜਾ ਜਿਮ ਪ੍ਰਿੰਟਸ ਉਹਨਾਂ ਨੂੰ ਲਿਆਂਦਾ ਗਿਆ, ਇਹ ਅਨਫਿਨਿਸ਼ਡ ਇੰਟਾਈਟਲਮੈਂਟ ਨੂੰ ਖਤਮ ਕਰਨ ਲਈ ਲਿਆਂਦਾ ਗਿਆ ਕਿ ਜਿਹੜੀ ਕੋਈ ਪੀਸੀ ਪਾਰਟੀ ਕੋਲ ਰਹਿ ਗਿਆ ਨੇ ਭਈ ਯਾਰਾ ਸਾਡੇ 4-5 ਖਰੇ ਦੋਸਤ ਰਹਿ ਗਏ ਹੁਣੇ, ਹਜੇ ਇਹਨਾਂ ਨੂੰ ਗਵਰਨਮੈਂਟ ਦਾ ਪੈਸਾ ਗਿਆ ਨਹੀਂ, ਉਹ ਵੀ ਦਵਾ ਦੇਈਏ। ਕਿਉਂਕਿ ਜੇ ਤੁਸੀਂ ਇਹ ਸੋਚੋ ਕਿ ਜਿਮ ਪ੍ਰਿੰਟਸ ਹੁਣੀ ਲਵ ਆਫ ਦਾ ਸਟੇਟ ਲਈ ਆਏ ਨੇ, ਮੈਂ ਪ੍ਰੂਵ ਕਰ ਦਿੰਦਾ, ਜਿਮ ਪ੍ਰਿੰਟਸ ਉਹਨਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਐਜ਼ ਅ ਮੈਂਬਰ ਆਫ ਪਾਰਲੀਮੈਂਟ ਸੇਵਾ ਕਰਨ ਦਾ ਮੌਕਾ ਮਿਲਿਆ ਜੀ, ਔਰ ਉਹ ਬੜੇ ਪ੍ਰਭਾਵਸ਼ਾਲੀ ਮਿਨਿਸਟਰ ਦੇ ਅਹੁਦੇ 'ਤੇ ਰਹੇ ਨੇ। ਜਿਸ ਇਨਸਾਨ ਨੂੰ ਪੂਰੇ ਕੈਨੇਡਾ ਨੂੰ ਸਰਵ ਕਰਨ ਦਾ ਮੌਕਾ ਮਿਲਿਆ ਹੋਵੇ, ਉਹ ਪਬਲਿਕ ਦੀ ਉਸ ਸਰਵਿਸ ਨੂੰ ਛੱਡ ਕੇ $1 ਮਿਲੀਅਨ ਦੀ ਜੌਬ ਦੇ ਦੁਆਲੇ ਚਲ ਗਏ। ਜਿੱਦਣ $1 ਮਿਲੀਅਨ ਦੀ ਜੌਬ ਕੀਤੀ ਤੇ ਪਾਈਪਲਾਈਨ ਦੀ ਗੱਲ ਹੋਈ ਤੇ ਲੀਵ ਆਫ ਐਬਸੈਂਸ ਲੈ ਕੇ ਪਾਈਪਲਾਈਨ ਦੇ ਦੁਆਲੇ ਹੋ ਗਏ। ਜਿੱਦਣ ਅਲਬਰਟਾ ਦੇ ਵਿੱਚ ਪ੍ਰੀਮੀਅਰ ਦੀ ਅਪਰਚੁਨਿਟੀ ਆਈ ਤੇ ਉੱਥੋਂ ਲੀਵ ਆਫ ਐਬਸੈਂਸ ਲੈ ਕੇ ਪ੍ਰੀਮੀਅਰਸ਼ਿਪ ਲਈ ਆ ਗਏ। ਤੁਸੀਂ ਜੇ ਇਹਨਾਂ ਦਾ ਕੈਰੀਅਰ ਸਿਸਟਮ ਦੇਖੋ ਤੇ ਇਹ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦੇ ਸਨ, ਪ੍ਰਾਈਮ ਮਿਨਿਸਟਰ ਨਹੀਂ ਬਣੇ ਤਾਂ ਮਿਨਿਸਟਰ ਬਣ ਗਏ। ਜਦੋਂ ਦੇਖਿਆ ਹੁਣ ਨੰਬਰ 2 ਆ ਤੇ
ਕਾਰਪੋਰੇਟ ਸਿਸਟਮ ਚਲ ਜਾਓ ਕਿਉਂਕਿ ਪੈਸੇ ਚੰਗੇ ਮਿਲਦੇ ਸੀ। ਜਦੋਂ ਵੀ ਕੋਈ ਪੋਲੀਟੀਸ਼ੀਅਨ ਪੋਲੀਟਿਕਸ ਤੋਂ ਬਾਅਦ ਪ੍ਰਾਈਵੇਟ ਸਿਸਟਮ 'ਚ ਜਾਂਦਾ ਹੈ ਤੇ ਉਹ ਆਪਣੇ ਕੰਟੈਕਟ ਯੂਜ਼ ਕਰਦਾ। ਸੋ ਇਹ ਕੋਈ ਲਵ ਆਫ ਦਾ ਸਟੇਟ ਨਹੀਂ ਹੈਗਾ। ਇੱਕ ਕਿਸੇ ਪਿਟੀ ਪਾਰਟੀ ਨੂੰ ਜਿਸ ਨੇ ਲੋਕਾਂ ਦਾ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਕੀਤਾ, ਉਸ ਪਾਰਟੀ ਦੀਆਂ ਕੁਛ ਅਨਫਿਨਿਸ਼ਡ ਇੰਟਾਈਟਲਮੈਂਟ ਜ਼ਰੂਰ ਰਹਿ ਗਈਆਂ ਹੋਣਗੀਆਂ ਜਿਹੜੀਆਂ ਜਿਮ ਪ੍ਰਿੰਟਿਸ ਸਾਹਿਬ ਕੋ 2016 ਤੱਕ ਪੂਰੀਆਂ ਕਰਵਾਉਣੀਆਂ ਨੇ। ਚੇਂਜ ਕੋਈ ਨਹੀਂ ਆ ਰਹੀ। ਠੀਕ ਹੈ ਜੀ। ਸੋ ਇਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ, ਲੇਕਿਨ ਫਿਲਹਾਲ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸੋ ਮਿਲਦੇ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ ਵਾਨਾਵਰ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਹੈਪੀ ਮਾਨ ਜੀ ਦੇ ਨਾਲ, ਜੋ ਕਿ ਕੈਲਗਰੀ ਮੈਕਾਲ ਤੋਂ ਵਾਈਲਡ ਰੋਜ਼ ਦੇ ਨੋਮੀਨੇਟ ਕੈਂਡੀਡੇਟ ਨੇ ਅਗਲੀਆਂ ਆਉਣ ਵਾਲੀਆਂ ਜਨਰਲ ਇਲੈਕਸ਼ਨਸ ਦੇ ਵਿੱਚ। ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਹੁਣ ਜਿਹੜਾ ਮਾਹੌਲ ਚੱਲਦਾ ਪਿਆ ਬਾਈ ਇਲੈਕਸ਼ਨਸ ਦਾ, ਉਹਨਾਂ ਵਿੱਚ ਕਿਹੜੇ ਮੁੱਦੇ ਜਿਹੜੇ ਆ ਉਠਾਏ ਜਾ ਰਹੇ ਆ, ਕਿਹੜੇ ਇਲਜ਼ਾਮ ਜਿਹੜੇ ਆ ਇੱਕ ਦੂਜੇ 'ਤੇ ਲਗਾਏ ਜਾ ਰਹੇ ਆ, ਅਤੇ ਉੱਥੇ ਵਾਈਲਡ ਰੋਜ਼ ਪਾਰਟੀ ਦਾ ਕੀ ਸਟੈਂਡ ਹੈ। ਅਸੀਂ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਜਿਸ ਤਰ੍ਹਾਂ ਹੈਪੀ ਮਾਨ ਜੀ ਨੇ ਸਾਨੂੰ ਦੱਸਿਆ ਕਿ ਜਿਮ ਪ੍ਰੈਂਟਿਸ ਜਿਹੜੇ ਸਾਡੇ ਹੁਣ ਪ੍ਰੀਮੀਅਰ ਨੇ ਅਲਬਰਟਾ ਦੇ, ਉਹਨਾਂ ਦਾ ਕੀ ਸਟੈਂਡ ਹੈ ਔਰ ਉਹ ਕਿੱਦਾਂ ਉਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਆ ਉਹ ਕਿੰਨੀ ਵਾਰੀ ਚੇਂਜ ਕੀਤੀ ਆ। ਸੋ ਹੈਪੀ ਜੀ, ਤੁਸੀਂ ਦੱਸਿਆ ਕਿ ਜਿਹੜੇ ਜਿਮ ਪ੍ਰੈਂਟਿਸ ਨੇ ਉਹ ਬਹੁਤ ਸਾਰੀਆਂ ਮਤਲਬ ਅਲੱਗ-ਅਲੱਗ ਪੋਜੀਸ਼ਨ 'ਤੇ ਕੰਮ ਕਰ ਚੁੱਕੇ ਨੇ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਆ ਉਹ ਇੱਥੇ ਯੂਜ਼ ਕਰਨਾ ਚਾਹੁੰਦੇ ਆ? ਐਕਸਪੀਰੀਅੰਸ ਕਿਸ ਫੀਲਡ ਦੇ ਵਿੱਚ ਆ, ਐਕਸਪੀਰੀਅੰਸ ਕਿੱਥੋਂ ਆਉਂਦਾ ਹੈ, ਔਰ ਐਕਸਪੀਰੀਅੰਸ ਆਪਾਂ ਕਹਿੰਦੇ ਕਿਹਨੂੰ ਆ? ਹਰ ਇੱਕ ਪੋਲੀਟਿਕਸ ਦੇ ਵਿੱਚ ਜਦੋਂ ਇੱਕ ਪੋਲੀਟੀਸ਼ੀਅਨ ਆਉਂਦਾ ਉਹ ਡੇ 1 ਤੋਂ ਪਬਲਿਕ ਦੇ ਮੁੱਦੇ ਲੈ ਕੇ ਅੱਗੇ ਆਉਂਦਾ ਅਤੇ ਪਬਲਿਕ ਨੂੰ ਸਰਵ ਕਰਨ ਦੀ ਗੱਲ ਕਰਦਾ। ਜਿਹੜਾ ਪਰਸਨਲ ਬਿਜ਼ਨਸ ਆ ਉਸ ਦਾ ਪੋਲੀਟਿਕਸ ਦੇ ਨਾਲ ਕਰੀਅਰ ਪੋਲੀਟੀਸ਼ੀਅਨ ਦਾ ਤਾਂ ਫਰਕ ਹੋ ਸਕਦਾ, ਪਰ ਸਰਵਿਸ ਟੂ ਦਾ ਸਟੇਟ ਦੇ ਨਾਲ ਕੋਈ ਫਰਕ ਨਹੀਂ ਹੋ ਸਕਦਾ। ਜਦੋਂ ਤੁਸੀਂ ਇੱਕ ਨਾਅਰਾ ਦੇ ਕੇ ਆਉਣੇ ਕਿ ਮੈਂ ਸਰਵਿਸ ਟੂ ਦਾ ਸਟੇਟ ਕਰਨ ਆਉਣਾ ਹੈ, ਉਦੋਂ ਤੁਸੀਂ ਇੱਕ ਖਿੱਤੇ ਦੇ ਵਿੱਚ ਨਹੀਂ ਰਹਿ ਸਕਦੇ। ਸਰਵਿਸ ਟੂ ਦਾ ਸਟੇਟਸ ਦੇ ਮੀਨ ਸਰਵਿਸ ਸਾਰੇ ਪਾਸੇ ਦੇਣੀ ਪੈਂਦੀ ਆ। ਬੈਂਕਿੰਗ ਇੰਡਸਟਰੀ ਵਿੱਚ ਜਾਣ ਦੇ ਨਾਲ ਕੀ ਉਹ ਸਿਰਫ ਬੈਂਕਿੰਗ ਨੂੰ ਹੀ ਪ੍ਰਪੋਜ਼ ਕਰਨਗੇ? ਇਸ ਤੁਹਾਡੇ ਪਰਸਨਲ ਕਰੀਅਰ ਦਾ ਪੋਲੀਟਿਕਸ ਦੇ ਨਾਲ ਕੋਈ ਗੱਲ ਨਹੀਂ। ਹਾਂ, ਇਹ ਜ਼ਰੂਰ ਹੁੰਦਾ ਕਿ ਜਦੋਂ ਤੁਸੀਂ ਪਬਲਿਕ ਦੇ ਨਾਲ ਰਿਲੇਟਡ ਕੰਮ ਕਰਦੇ ਹੋ, ਪਬਲਿਕ ਰਿਲੇਸ਼ਨਸ ਕਰਦੇ ਹੋ, ਅਤੇ ਤੁਹਾਨੂੰ ਪਬਲਿਕ ਦੇ ਨਾਲ ਡੀਲਿੰਗ ਕਰਨੀ ਚੰਗੀ ਆਉਂਦੀ, ਔਰ ਉਹੀ ਪ੍ਰਿੰਟਿਸ ਸਾਹਿਬ ਕਰ ਰਹੇ ਆ। ਇੰਨਾ ਕੁਝ ਸਿੱਖ ਕੇ ਪਬਲਿਕ ਨੂੰ ਝੂਠ ਦਾ ਪਲੰਦਾ ਕਿਵੇਂ ਸੈੱਲ ਕਰਨਾ ਉਹ ਵਧੀਆ ਕਰ ਰਹੇ ਆ। ਠੀਕ ਹੈ ਜੀ। ਸੋ ਇੰਨਾ ਕੁਝ ਜਿਹੜਾ ਉਹਨਾਂ ਨੇ ਦੁਨੀਆ ਤੋਂ ਸਿੱਖਿਆ ਹੈ ਉਹੋ ਹੀ ਅੱਜ ਵਾਅਦਿਆਂ ਦੇ ਚੱਕਰ ਵਿੱਚ ਵੇਚ ਰਹੇ ਨੇ। ਉਹ ਬਿਲਕੁਲ ਆਪਣਾ ਐਕਸਪੀਰੀਅੰਸ ਯੂਜ਼ ਕਰ ਰਹੇ ਨੇ, ਪਰ ਉਹ ਐਕਸਪੀਰੀਅੰਸ ਲੋਕਾਂ ਨੂੰ ਲੁਭਾਵੇਂ ਵਾਅਦੇ ਕਿਵੇਂ ਦੇਣੇ ਉਹਦੇ ਲਈ ਯੂਜ਼ ਕਰ ਰਹੇ ਨੇ। ਜਿਹੜਾ ਸਰਵਿਸ ਟੂ ਦਾ ਸਟੇਟ ਆ ਉਹ ਪਹਿਲਾਂ ਦੱਸ ਚੁੱਕੇ ਨੇ ਕਿ ਜਦੋਂ ਵੀ ਮੇਰਾ ਸੂਤ ਲੱਗਾ ਮੈਂ $1 ਮਿਲੀਅਨ ਦੀ ਜੋਬ ਲਈ ਫਿਰ ਭੱਜ ਜਾਣਾ। ਇਹ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਇੰਡੀਆ ਵਾਲੀ ਪੋਲੀਟਿਕਸ ਵਾਲਾ ਕੰਮ ਹੋ ਗਿਆ ਇੱਥੇ ਥੋੜ੍ਹਾ ਜਿਹਾ। ਨਹੀਂ, ਕਿਸ ਤਰ੍ਹਾਂ ਹੋ ਗਿਆ ਦੱਸੋ? ਨਹੀਂ, ਕਿਉਂਕਿ ਇੱਕ ਕਹਿ ਸਕਦੇ ਹਾਂ ਮੌਕਾ ਪ੍ਰਸਤ, ਤੁਸੀਂ ਇਹ ਕਹਿ ਰਹੇ ਹੋ ਕਿ ਜਿਮ ਪ੍ਰੈਂਟਿਸ ਜਿਹੜੇ ਇਸ ਸਮੇਂ ਮੌਕਾ ਪ੍ਰਸਤ ਨੇ, ਉਹਨਾਂ ਨੂੰ ਮੌਕਾ ਮਿਲਿਆ ਅਤੇ ਉਹ ਮੌਕੇ ਦਾ ਪੂਰਾ ਫਾਇਦਾ ਚੱਕਦੇ ਪਏ ਆ। ਬਿਲਕੁਲ। ਜੇ ਤੁਸੀਂ ਦੇਖੋ ਕਿ ਪ੍ਰੋਵਿੰਸ ਦੇ ਵਿੱਚ 4.5 ਮਿਲੀਅਨ ਲੋਕਾਂ ਨੇ ਵੋਟ ਕਿਹਨਾਂ ਨੇ ਪਾਈ ਆ? ਨਾਟ ਈਵਨ 1% ਲੋਕਾਂ ਨੇ ਪਾਰਟੀਸਪੇਟ ਕੀਤਾ। ਜੇ ਕੇਸ ਕੈਲੀਬਰ ਦੇ ਲੀਡਰ ਨੇ ਜਿਹਨੇ ਅਲਬਰਟਾ ਨੂੰ ਐਜ਼ ਅ ਫੈਡਰਲੀ ਰਿਪਰੈਜ਼ੈਂਟ ਕੀਤਾ ਹੋਵੇ, ਜੇ ਕੇਸ ਕੈਲੀਬਰ ਦੇ ਲੀਡਰ ਨੇ ਜਿਹੜੇ ਕਦੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣਨ ਦਾ ਸੁਪਨਾ ਦੇਖਦੇ ਹੋਣ, ਜੇ ਉਹਨਾਂ ਨੂੰ ਪੂਰੇ ਸੂਬੇ ਦੇ ਵਿੱਚੋਂ 15,000 ਵੋਟ ਮਿਲ ਸਕਦੀ ਆ ਅਤੇ 15,000 ਵੋਟ ਦੇ ਨਾਲ ਉਹ ਪ੍ਰੀਮੀਅਰ ਡੈਜ਼ਿਗਨੇਟ ਹੋ ਸਕਦੇ ਨੇ, ਸਮਥਿੰਗ ਇਜ਼ ਰੋਂਗ। ਇਹੀ ਗੱਲ ਹੈ ਕਿ ਲੋਕਾਂ ਨੂੰ ਪਤਾ ਹੈ ਕਿ ਪ੍ਰਿੰਟਿਸ ਸਾਹਿਬ ਨੇ ਕੀ ਕਰਨਾ ਹੈ। ਇਸੇ ਕਰਕੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਜਦੋਂ ਬਾਈ ਇਲੈਕਸ਼ਨਸ ਅਨਾਊਂਸ ਹੋ ਚੁੱਕੀਆਂ ਨੇ, ਆਮ ਤੌਰ 'ਤੇ ਆਪਾਂ ਅਖਲਾਕੀ ਤੌਰ 'ਤੇ ਕਹਿ ਦਿੰਦੇ ਆਪਣੇ 2 ਪ੍ਰੋਵਿੰਸਿਸ ਦੇ ਵਿੱਚ, ਤੇ ਲੈਜਿਸਲੇਸ਼ਨ ਵੀ ਹੈਗਾ ਕਿ ਤੁਸੀਂ 90 ਡੇਜ਼ 'ਤੇ ਕੋਈ ਅਨਾਊਂਸਮੈਂਟ ਨਹੀਂ ਕਰਨੀ। ਅੱਜ ਵਾਈਲਡ ਰੋਜ਼ ਨੇ ਉਹਦੇ ਬਾਰੇ ਪਾਲਿਸੀ ਵੀ ਅਨਾਊਂਸ ਕੀਤੀ ਕਿ ਦਿਸ ਇਜ਼ ਰੋਂਗ। ਫਿਰ ਵੀ ਇਸ ਕੈਲੀਬਰ ਦੇ ਲੀਡਰ ਨੂੰ, ਜਿਹਨਾਂ ਨੂੰ ਤੁਸੀਂ ਕਹਿੰਦੇ ਇੰਨਾ ਐਕਸਪੀਰੀਅੰਸ ਆ, ਉਹਨਾਂ ਨੂੰ ਇਲੈਕਸ਼ਨ ਦੇ ਟਾਈਮਾਂ ਦੇ ਵਿੱਚ
ਇੰਨੇ ਵਾਅਦੇ ਕਰਕੇ ਆਪਣੀ ਜਿੱਤ ਦੇ ਲਈ ਅੱਗੇ ਵਧਣਾ ਪੈ ਰਿਹਾ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਜਿੰਨੇ ਵੀ ਵਾਅਦੇ ਕਰ ਰਹੇ ਆ ਉਹ ਸਿਰਫ ਤੇ ਸਿਰਫ ਇਹ ਇਲੈਕਸ਼ਨ ਜਿੱਤਣ ਲਈ ਕਰਦੇ ਪਏ। ਇਹ ਪੀਸੀ ਪਾਰਟੀ ਦਾ ਪਿਛਲਾ ਇਤਿਹਾਸ ਦੱਸਦਾ ਹੈ ਔਰ ਉਸ ਪਾਰਟੀ ਦੇ ਉਹ ਲੀਡਰ ਬਣੇ ਨੇ। ਇਹ ਅਸੀਂ ਨਹੀਂ ਕਹਿ ਰਹੇ, ਪਿਛਲੀਆਂ ਅਖਬਾਰਾਂ ਫੋਲ ਕੇ ਦੇਖ ਲਓ। ਇਹ ਸਿਰਫ ਕੰਟੀਨਿਊਟੀ ਆਫ ਦਾ ਸਿਸਟਮ ਚੱਲ ਰਿਹਾ ਆ, ਉਸ ਕੰਟੀਨਿਊਟੀ ਨੂੰ ਫੋਲੋ ਕਰ ਰਹੇ ਨੇ, ਕਿਉਂਕਿ ਪਿੱਛੇ ਚਲਾਉਣ ਵਾਲੇ ਲੋਕ ਤਾਂ ਉਹੀ ਨੇ ਨਾ। ਕੰਪੇਨ ਮੈਨੇਜਰਸ ਕੌਣ ਨੇ, ਥਿੰਕ ਟੈਂਕਸ ਕੌਣ ਨੇ, ਪਾਰਟੀ ਦੀ ਐਗਜ਼ੈਕਟਿਵ ਦੇ ਵਿੱਚ ਬੰਦੇ ਕੌਣ ਨੇ, ਉਹੀ ਚੀਜ਼ ਆ, ਉਹੀ ਇੰਟਾਈਟਲਮੈਂਟ ਆ। ਸੇਮ ਓਲਡ ਵਾਲੀ ਗੱਲ ਹੈਗੀ ਆ, ਇੱਕ ਫੇਸ ਚੇਂਜ ਹੋ ਗਿਆ, ਬਾਕੀ ਸਾਰਾ ਕੁਝ ਉਹੀ। ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਵਾਈਲਡ ਰੋਜ਼ ਪਾਰਟੀ ਆ ਬਹੁਤ ਵਧੀਆ ਆਪੋਜੀਸ਼ਨ ਦੀ ਜਿਹੜੀ ਆ ਇੱਕ ਕੰਮ ਕਰ ਰਹੀ ਹੈ ਐਜ਼ ਅ ਆਪੋਜੀਸ਼ਨ, ਅਤੇ ਜਦ ਕਿ ਉਹਨੂੰ ਪਾਵਰ ਦੇ ਵਿੱਚ ਹੋਣਾ ਚਾਹੀਦਾ ਸੀਗਾ, ਔਰ ਜਿਹੜੀ ਪੀਸੀ ਗਵਰਨਮੈਂਟ ਆ ਜਾਂ ਪੀਸੀ ਪਾਰਟੀ ਆ ਉਹਨੂੰ ਆਪੋਜੀਸ਼ਨ ਦੇ ਵਿੱਚ ਹੋਣਾ ਚਾਹੀਦਾ ਸੀਗਾ, ਤਾਂ ਕਿ ਜਿਹੜੇ ਮੁੱਦੇ ਹੈਗੇ ਆ ਉਹ ਉਹਨਾਂ ਉੱਤੇ ਜਾਂ ਆਪਣੀ ਉਹਨਾਂ ਦੀ ਪੋਲਿਸੀਜ਼ ਕੋਈ ਇੰਨੀਆਂ ਵਧੀਆ ਨਹੀਂ ਹੈਗੀਆਂ। ਹੁਣ ਆਪੋਜੀਸ਼ਨ ਪਾਰਟੀ ਦਾ ਤਾਂ ਕੰਮ ਇਹੀ ਹੁੰਦਾ ਹੈ ਕਿ ਜਿਹੜੇ ਮੁੱਦੇ ਹੈਗੇ ਆ ਉਹਨੂੰ ਅੱਗੇ ਲੈ ਕੇ ਆਂਦਾ ਜਾਵੇ, ਅਤੇ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹਦਾ ਕੰਮ ਇਹੀ ਹੁੰਦਾ ਹੈ ਕਿ ਉਹ ਜਿਹੜੇ ਮੁੱਦੇ ਆ ਰਹੇ ਆ ਜਾਂ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਵੇ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਐਜ਼ ਆਪੋਜੀਸ਼ਨ ਵਾਈਲਡ ਰੋਜ਼ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ? ਜਿਹੜੀ ਤੁਸੀਂ ਆਪੋਜੀਸ਼ਨ ਤੇ ਗਵਰਨਿੰਗ ਪਾਰਟੀ ਦੀ ਗੱਲ ਕਰਦੇ ਹੋ, ਜਦੋਂ ਸਰਵਿਸ ਟੂ ਦਾ ਸਟੇਟ ਆ, ਮੈਂ ਪਹਿਲਾਂ ਵੀ ਕਲੀਅਰ ਕੀਤਾ ਕਿ ਅਸੀਂ ਲੋਕਾਂ ਨੂੰ ਦੋਨੇ ਆਪਸ਼ਨਸ ਦਿੱਤੀਆਂ। ਅਸੀਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਐਜ਼ ਅ ਆਪੋਜੀਸ਼ਨ ਅਸੀਂ ਕੀ ਕੀਤਾ, ਕਿਉਂਕਿ ਅਸੀਂ ਗਵਰਨਮੈਂਟ ਦੇ ਉਹਨਾਂ ਚੀਜ਼ਾਂ ਨੂੰ ਐਕਸਪਲੋਇਟ ਕੀਤਾ ਜਿਹੜੀਆਂ ਚੀਜ਼ਾਂ ਉਹ ਕਰ ਰਹੇ ਸੀ, ਕਿਵੇਂ ਟੈਕਸ ਪੇਅਰਸ ਦਾ ਪੈਸਾ ਖਰਾਬ ਕਰ ਰਹੇ ਸੀ। ਪਰ ਅਸੀਂ ਉੱਥੇ ਤੱਕ ਹੀ ਸੀਮਤ ਨਹੀਂ ਰਹੇ ਕਿ ਇੱਕ ਆਪੋਜੀਸ਼ਨ ਦੇ ਰੋਲ ਤੱਕ ਸੀਮਤ ਨਹੀਂ ਰਹੇ। ਅਸੀਂ ਉਸ ਤੋਂ ਅੱਗੇ ਸਰਵਿਸ ਦੀ ਗੱਲ ਕੀਤੀ ਕਿ ਜੇ 2016 ਦੇ ਵਿੱਚ ਅਸੀਂ ਸਰਕਾਰ ਬਣਾਉਂਦੇ ਹਾਂ, ਅਸੀਂ ਕਿਵੇਂ ਸਰਵ ਕਰਾਂਗੇ। ਇੱਕ ਪਾਸੇ ਗਵਰਨਿੰਗ ਦੀ ਇੰਟਾਈਟਲਮੈਂਟ ਦੀ ਗੱਲ ਆ, ਇੱਕ ਪਾਸੇ ਸਰਵਿਸ ਦੀ ਗੱਲ ਆ। ਸੋ ਜਿਹੜੀ ਸਰਵਿਸ ਆ ਉਹ ਪਬਲਿਕ ਨੂੰ ਸਰਵ ਕਰਨ ਦੀ ਗੱਲ ਆ, ਉਹ ਸਰਕਾਰ ਬਣ ਕੇ ਜ਼ਿਆਦਾ ਬੈਟਰ ਹੁੰਦੀ, ਕਿਉਂਕਿ ਤੁਹਾਡੇ ਹੱਥ 'ਚ ਹੁੰਦਾ ਸਭ ਕੁਝ। ਸੋ ਲੋਕਾਂ ਨੇ ਸਾਨੂੰ ਦੇਖ ਲਿਆ, ਜਿਹੜਾ ਲੋਕਾਂ ਦੇ ਵਿੱਚ ਇੱਕ ਸ਼ਾਇਦ ਫੀਅਰ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਕਿ ਨਵੇਂ ਲੋਕ ਆਏ ਨੇ, ਨਵੇਂ ਲੋਕ MLA ਬਣੇ ਨੇ, ਕੀ ਇਹ ਗਵਰਨ ਕਰ ਸਕਦੇ ਨੇ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਗਵਰਨ ਕਰਨ ਕਦੇ ਵੀ ਨਹੀਂ ਸੀ ਆਏ, ਅਸੀਂ ਸਰਵਿਸ ਦੇਣ ਆਏ ਸੀ, ਔਰ ਅਸੀਂ ਸਰਵਿਸ ਦਿੱਤੀ ਹੈ ਐਜ਼ ਐਨ ਆਪੋਜੀਸ਼ਨ। ਹੁਣ ਜੇ ਲੋਕ ਚਾਹਣਗੇ 2016 ਦੇ ਵਿੱਚ, ਅਸੀਂ ਐਜ਼ ਅ ਗਵਰਨਮੈਂਟ ਵੀ ਸਰਵਿਸ ਦਿਆਂਗੇ। ਠੀਕ ਹੈ ਜੀ। ਸੋ ਜਿਹੜਾ ਤੁਹਾਡਾ ਪੱਖ ਹੈਗਾ ਹੈ ਹੁਣ ਕਿ 43 ਸਾਲਾਂ ਤੋਂ ਜਿਹੜੀ ਗਵਰਨਮੈਂਟ ਚੱਲੀ ਆ ਰਹੀ ਆ, ਇੱਕੋ ਪਾਰਟੀ ਦੀ ਗਵਰਨਮੈਂਟ ਬਣਦੀ ਆ ਰਹੀ ਆ, ਉਹਨੂੰ ਚੇਂਜ ਹੋਣ ਦੀ ਜ਼ਰੂਰਤ ਹੈਗੀ ਆ ਵਾਈਲਡ ਰੋਜ਼ ਦੇ ਹਿਸਾਬ ਦੇ ਨਾਲ? ਬਿਲਕੁਲ ਹੈਗੀ ਆ, ਔਰ ਪਬਲਿਕ ਵੀ ਮਹਿਸੂਸ ਕਰਦੀ ਆ। ਉਹਦਾ ਰੀਜ਼ਨ ਕੀ ਆ ਕਿ ਜਦੋਂ ਕਿਸੇ ਗਵਰਨਮੈਂਟ ਦਾ ਇਸ ਹੱਦ ਤੱਕ ਕਿਰਦਾਰ ਡਿੱਗ ਜਾਂਦਾ ਹੈ ਕਿ ਨਾ ਟੈਕਸ ਪੇਅਰ ਦੇ ਪੈਸੇ ਦੀ ਵੈਲਿਊ ਰਹਿੰਦੀ ਆ, ਨਾ ਕ੍ਰੈਡੀਬਿਲਿਟੀ ਦੀ ਵੈਲਿਊ ਰਹਿੰਦੀ ਆ। ਪਿੱਛੇ ਜਿਹੇ ਜਦੋਂ ਲੀਡਰਸ਼ਿਪ ਰੇਸ ਹੋ ਰਹੀ ਸੀ ਪੀਸੀ ਪਾਰਟੀ ਦੀ, ਇੱਕ ਬੜਾ ਯੂਨੀਕ ਮੁੱਦਾ ਆਇਆ ਸੀ। ਥਾਮਸ ਲੁਕੈਸਿਕ ਹੋਣਾ ਦੇ ਫੋਨ ਬਿੱਲ ਲੀਕ ਹੋਏ ਸੀ। ਉਹ ਨਾਟ ਓਨਲੀ ਕਿ ਇੱਕ ਬੰਦੇ ਦੇ ਕਿਰਦਾਰ ਦੀ ਗੱਲ ਸੀ, ਉਹ ਬ੍ਰੀਚ ਆਫ ਦਾ ਕੰਸਟੀਟਿਊਸ਼ਨ ਵੀ ਸੀ। ਇੱਕ ਕਾਕਸ ਦੇ ਮੈਂਬਰਾਂ ਨੂੰ, ਜਿਹੜੇ ਮਿਨਿਸਟਰਸ ਨੇ, ਉਹਨਾਂ ਨੂੰ ਹੀ ਪਤਾ, ਔਰ ਉਹ ਇਨਫੋਰਮੇਸ਼ਨ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਅੰਡਰ ਬਾਹਰ ਨਹੀਂ ਆਈ, ਫਿਰ ਵੀ ਉਹ ਲੀਕ ਹੋਈ। ਜੇ ਇੱਕ ਸਿਟਿੰਗ ਮਿਨਿਸਟਰ ਦੀ, ਜਿਹੜਾ ਲੀਡਰਸ਼ਿਪ ਦੀ ਰੇਸ ਲੜ ਰਿਹਾ, ਜੇ ਉਹਦੀ ਇਨਫੋਰਮੇਸ਼ਨ ਗਵਰਨਮੈਂਟ ਕੋ ਸੇਫ ਨਹੀਂ ਪਈ, ਤੇ ਕਾਮ ਸ਼ਹਿਰੀ ਦੀ ਇਨਫੋਰਮੇਸ਼ਨ ਗਵਰਨਮੈਂਟ ਕੋ ਕਿਵੇਂ ਸੇਫ ਹੋਊਗੀ। ਇਹ ਚੀਜ਼ਾਂ ਦੱਸਦੀਆਂ ਨੇ ਕਿ ਗਵਰਨਿੰਗ ਦੇ ਵਿੱਚ ਤੇ ਸਰਵਿਸ ਦੇ ਵਿੱਚ ਫਰਕ ਆ ਚੁੱਕਾ। ਜਦੋਂ ਵੀ ਗਵਰਨਿੰਗ ਧਿਰ ਰਾਜਾ ਬਣਨ ਦੀ ਕੋਸ਼ਿਸ਼ ਕਰੇਗੀ, ਇੰਟਾਈਟਲਮੈਂਟ ਦੀ ਗੱਲ ਹੋਏਗੀ, ਉਦੋਂ ਪਬਲਿਕ ਨਕਾਰੇਗੀ। ਜਦੋਂ ਸਰਵਿਸ ਦੀ ਗੱਲ ਆਏਗੀ, ਪਬਲਿਕ ਸਤਿਕਾਰ ਦੇਗੀ। ਵਾਈਲਡ ਰੋਜ਼ ਸਰਵਿਸ ਦੀ ਪਾਲਿਸੀ ਤੇ ਆ, ਪਰ ਮੈਂ ਸਮਝਦਾ ਕਿ ਸਰਵਿਸ ਦੀ ਪਾਲਿਸੀ ਨੂੰ ਦੇਖਦੇ ਹਾਂ ਲੋਕ ਅਗਲੀ ਵਾਰ ਨੂੰ ਜ਼ਰੂਰ ਵਾਈਲਡ ਰੋਜ਼ ਦੀ ਸਰਕਾਰ ਬਣਾਉਣਗੇ, ਔਰ ਚੇਂਜ ਇਸ ਕਰਕੇ ਹੋਣੀ ਚਾਹੀਦੀ। ਅਸੀਂ ਹੁਣ ਗੱਲਬਾਤ ਕਰਦੇ ਹਾਂ, ਜਿਹੜਾ ਵਾਈਲਡ ਰੋਜ਼ ਵੱਲੋਂ ਇੱਕ ਅਨਾਊਂਸਮੈਂਟ ਕੀਤੀ ਗਈ ਸੀ ਕਿ ਜਿਹੜੀ ਮੈਂਡੇਟਰੀ ਸਕੂਲ ਫੀਸ ਆ, ਜਿਹਦੇ ਵਿੱਚ ਕਿ ਤੁਹਾਡੀ ਪ੍ਰਿੰਟਿੰਗ ਦੀਆਂ ਜਾਂ ਫੋਟੋ ਸਟੇਟ ਦੀਆਂ ਜਿੰਨੀ ਵੀ ਕਾਸਟ ਆ ਸਕੂਲ ਦੇ ਵਿੱਚ ਹੁੰਦੀਆਂ, ਉਹ ਤਕਰੀਬਨ ਅਗਰ ਅਸੀਂ ਦੇਖੀਏ ਤਾਂ ਉਹ $80 ਮਿਲੀਅਨ ਦੇ ਨੀਅਰ ਅਬਾਊਟ ਬਣਦੀ ਹੈ ਹਰ ਸਾਲ। ਵਾਈਲਡ ਰੋਜ਼ ਦਾ ਕਹਿਣਾ ਹੈ ਕਿ ਉਹ $80 ਮਿਲੀਅਨ ਜਿਹੜਾ ਆ ਉਹ ਹੁਣ ਸਕੂਲਾਂ ਦੇ ਵਿੱਚ ਚਾਰਜ ਨਹੀਂ ਕੀਤਾ ਜਾਊਗਾ, ਅਤੇ ਇਹ $80 ਮਿਲੀਅਨ ਕਿੱਥੋਂ ਉਹਦੀ ਪੂਰਤੀ ਕਰਨੀ ਹੈ? ਤੁਸੀਂ ਅਲਬਰਟਾ ਦੇ ਇਤਿਹਾਸ ਨੂੰ ਪੜ੍ਹ ਕੇ ਦੇਖੋ। ਅਲਬਰਟਾ ਦੇ ਵਿੱਚ ਰੈਵਨਿਊ ਦੀ ਪ੍ਰੋਬਲਮ ਨਹੀਂ ਹੈਗੀ, ਇਸ ਗਵਰਨਮੈਂਟ ਦੇ ਵਿੱਚ ਸਪੈਂਡਿੰਗ ਦੀ ਪ੍ਰੋਬਲਮ। ਜਿੰਨਾ ਐਜੂਕੇਸ਼ਨ ਬਜਟ ਹੈ,
ਤੁਸੀਂ ਉਸ ਤੋਂ ਅੱਗੇ ਚੱਲ ਜਾਓ ਜਿੰਨਾ ਹੈਲਥ ਦਾ ਬਜਟ, ਉੱਥੇ ਬਜਟ ਦੀ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਕੀ ਆ ਕਿ ਸਰਟਨਟੀ ਨਹੀਂ ਹੈ। ਜਦੋਂ ਅਸੀਂ ਕਮਿਟ ਨਹੀਂ ਕਰਦੇ, ਪਿਛਲੀਆਂ ਗਵਰਨਮੈਂਟ ਕੀ ਕਰਦੀਆਂ ਰਹੀਆਂ, ਉਹੀ ਇੰਟਾਈਟਲਮੈਂਟ ਦੀ ਫਿਰ ਗੱਲ ਆ ਕਿ ਜੇ ਤਾਂ ਕੋਈ ਚਹੇਤਾ ਮਿਨਿਸਟਰ ਆ ਤਾਂ ਉਹਨੇ ਆਪਣੇ ਆਪ ਕਦੇ ਟੀਕਾ ਜ਼ਿਆਦਾ ਲਾਤਾ, ਕਦੇ ਥੋੜ੍ਹਾ ਲਾਤਾ। ਜਿੰਨਾ ਚਿਰ ਤੁਸੀਂ ਡਿਪਾਰਟਮੈਂਟਸ ਨੂੰ ਫੰਡ ਸਸਟੇਨ ਨਹੀਂ ਕਰੋਗੇ, ਜਿੰਨਾ ਚਿਰ ਉਹਨਾਂ ਨੂੰ ਅਪ ਫਰੰਟ ਨਹੀਂ ਦੱਸੋਗੇ ਕਿ ਤੁਹਾਨੂੰ ਇੰਨਾ ਫੰਡ ਮਿਲਣਾ, ਤੁਸੀਂ ਇਸ ਫੰਡ ਦੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਬਣਾਓ, ਉਸ ਹਿਸਾਬ ਨਾਲ ਚੱਲੋ। ਇਹ ਸਾਰਾ ਕੁਝ ਕੀਤਾ ਜਾ ਸਕਦਾ ਔਰ ਹੁੰਦਾ ਆ। ਇਸ ਪ੍ਰੋਵਿੰਸ ਦੇ ਵਿੱਚ ਜੇ ਤੁਸੀਂ ਵੇਸਟਫੁਲ ਸਪੈਂਡਿੰਗ ਦੀ ਗੱਲ ਕਰਦੇ ਹੋ, 2 ਬਿਲੀਅਨ ਤੋਂ 4 ਬਿਲੀਅਨ ਡਾਲਰ ਦੀ ਵੇਸਟਫੁਲ ਸਪੈਂਡਿੰਗ ਹੋ ਰਹੀ ਹੈ। ਕੀ ਉਹਨੂੰ ਹੀ ਮੈਨੇਜ ਕਰ ਲਓ, ਇਹ ਸਾਰਾ ਕੁਝ ਕੀਤਾ ਜਾ ਸਕਦਾ। ਗੱਲ ਸਿਰਫ ਮੈਨੇਜਮੈਂਟ ਦੀ ਆ ਕਿ ਤੁਸੀਂ ਕਿਵੇਂ ਮੈਨੇਜ ਕਰਨਾ। ਔਰ ਇਹ ਚੀਜ਼ਾਂ ਨੂੰ ਤੁਸੀਂ ਪਿੱਛੇ ਹੈਲਥ ਨਾਲ ਜੋੜ ਕੇ ਦੇਖ ਲਓ, ਕਿੱਥੇ ਉਹਨਾਂ 70 ਵਾਈਸ ਪ੍ਰੈਜ਼ੀਡੈਂਟਸ ਨੂੰ ਤਨਖਾਹ ਦਿੰਦੇ ਰਹੇ ਕਿੰਨੇ ਸਾਲ, ਇੱਕਦਮ ਸਾਰੇ ਹਟਾ ਦਿੱਤੇ ਗਏ, ਕਹਿੰਦੇ ਫਿਰ ਵੀ ਕੰਮ ਚੱਲਦਾ। ਇਵੇਂ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਹੈ। ਬਹੁਤ ਕੁਝ ਵੇਸਟਫੁਲ ਸਪੈਂਡਿੰਗ ਜਿਹੜੀ ਹੋ ਰਹੀ ਹੈ, ਜਿਹੜੀ ਕੰਟਰੋਲ ਤੋਂ ਬਾਹਰ ਆ, ਕਿਉਂਕਿ ਇਹਨਾਂ ਦੇ ਵਿੱਚ ਉਹ ਵਿਜ਼ਨ ਖਤਮ ਹੋ ਚੁੱਕੀ ਆ ਕਿ ਹਾਊ ਟੂ ਬ੍ਰਿੰਗ ਅ ਨਿਊ ਲਾਈਟ ਇਨਟੂ ਦ ਸਿਸਟਮ। ਵਾਈਲਡ ਰੋਜ਼ ਦੇ ਵਿੱਚ ਉਹ ਵਿਜ਼ਨ ਆ। ਇਸੇ ਕਰਕੇ ਅਸੀਂ ਪਾਲਿਸੀਜ਼ ਰੋਲ ਕਰ ਰਹੇ ਹਾਂ ਅਪ ਫਰੰਟ ਕਿ ਮਨੀ ਦੀ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਸਪੈਂਡਿੰਗ ਦੀ ਆ। ਚਲੋ ਇਹ ਐਜੂਕੇਸ਼ਨ ਦਾ ਇੱਕ ਜਿਹੜਾ ਆਉਂਦਾ ਸੀਗਾ ਵਾਈਲਡ ਰੋਜ਼ ਦਾ, ਇਹ ਤੁਸੀਂ ਕਵਰ ਕੀਤਾ। ਹੁਣ ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ, ਅਲਬਰਟਾ ਦੇ ਵਿੱਚ ਸਿਰਫ ਜ਼ਿਆਦਾ ਜਿਹੜੀ ਨਿਰਭਰਤਾ ਹੈਗੀ ਆ ਅਲਬਰਟਾ ਦੀ, ਉਹ ਆਇਲ ਤੇ ਗੈਸ ਦੇ ਉੱਤੇ ਆ। ਤੇ ਵਾਈਲਡ ਰੋਜ਼ ਨੇ ਅਜੇ ਤੱਕ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ ਕਿ ਅਸੀਂ ਕੋਈ ਹੋਰ ਇੰਡਸਟਰੀ ਅਲਬਰਟਾ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਜਿਹੜੀ ਸਾਡੀ ਡਿਪੈਂਡੈਂਸੀ ਔਨ ਆਇਲ ਆ ਉਹ ਘਟ ਜਾਵੇ। ਕਿਉਂਕਿ ਆਇਲ ਦੀਆਂ ਪ੍ਰਾਈਸਿਸ ਵਧਣ ਘਟਣ ਦੇ ਨਾਲ ਅਲਬਰਟਾ ਦੀ ਇਕੋਨਮੀ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਥੋੜ੍ਹਾ ਜਿਹਾ ਫਰਕ ਨਹੀਂ ਹੈਗਾ, ਇਹ ਬਹੁਤ ਜਿਹੜਾ ਜ਼ਿਆਦਾ ਫਰਕ ਆ, ਇਹ ਸ਼ਾਇਦ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਹੁਣ ਜਿਹੜੀ ਗੱਲ ਕੀਤੀ ਹੈ ਕਿ ਆਇਲ ਦੀ ਪ੍ਰਾਈਸ ਦੀ ਜਿਹੜੀ ਫਲਕਚੁਏਸ਼ਨ ਹੈ ਉਹਦੇ ਨਾਲ ਬਹੁਤ ਫਰਕ ਪੈਂਦਾ, ਬਿਲਕੁਲ ਫਰਕ ਪੈਂਦਾ। ਇਸੇ ਕਰਕੇ ਤਾਂ ਅਸੀਂ ਕਹਿ ਰਹੇ ਕਿ ਇਹ ਜਿਹੜੇ ਵਾਅਦੇ ਪੀਸੀ ਪਾਰਟੀ ਕਰ ਰਹੀ ਹੈ, ਵਾਅਦੇ ਆ। ਜੇ $95 ਦੇ ਬੈਰਲ ਦੇ ਬਜਟ ਦੇ ਹਿਸਾਬ ਦੇ ਨਾਲ ਬੁੱਕਸ ਬੈਲੈਂਸ ਨਹੀਂ ਹੋਈਆਂ ਤੇ ਇਨਫਰਾਸਟਰਕਚਰ ਨਹੀਂ ਬਣਿਆ, ਤੇ ਘਟਦੀ ਆਇਲ ਦੀ ਪ੍ਰਾਈਸ ਦੇ ਨਾਲ ਕਿਵੇਂ ਇਨਫਰਾਸਟਰਕਚਰ ਬਣੇਗਾ। ਸੋ ਤੁਸੀਂ ਮੇਰੀ ਗੱਲ ਦੀ ਅਪਰੋੜਤਾ ਕਰ ਦਿੱਤੀ ਆ ਕਿ ਜੋ ਪੀਸੀ ਪਾਰਟੀ ਇਸ ਵੇਲੇ ਕਰ ਰਹੀ ਹੈ ਉਹ ਵਾਅਦੇ ਕਰ ਰਹੀ ਹੈ ਕਿਉਂਕਿ ਆਇਲ ਪ੍ਰਾਈਸ ਫਲਕਚੁਏਟ ਹੋ ਰਹੀ ਹੈ। ਹੁਣ ਤੁਸੀਂ ਆ ਜਾਓ ਸੈਕਿੰਡ ਗੱਲ ਤੇ। ਵਾਈਲਡ ਰੋਜ਼ ਪਾਰਟੀ ਦੀ ਪਾਲਿਸੀ ਸਿਸਟਮ ਦੀ ਗੱਲ ਨਹੀਂ। ਜਿਹੜਾ ਆਇਲ ਇੰਡਸਟਰੀ ਆ, ਇਹ ਇਟਸੈਲਫ ਇੱਕ ਬਹੁਤ ਵੱਡੀ ਇੰਡਸਟਰੀ, ਇਹਦੇ ਨਾਲ ਰਿਲੇਟਡ ਬਿਜ਼ਨਸ ਬਹੁਤ ਹੁੰਦੇ। ਸਵਾਲ ਆ ਕਿ ਤੁਸੀਂ ਆਇਲ ਦੀ ਜਿਹੜੀ ਕੰਜ਼ੰਪਸ਼ਨ ਆ ਉਹ ਮਾਰਕੀਟ ਦੇ ਵਿੱਚ ਬਹੁਤ ਹੈ, ਉਸ ਨੂੰ ਕਿਵੇਂ ਵਧਾਉਣਾ ਹੈ ਔਰ ਕਿਵੇਂ ਇਨਵਾਇਰਮੈਂਟਲੀ ਪ੍ਰੋਪਰਲੀ ਤਰੀਕੇ ਦੇ ਨਾਲ ਬਿਜ਼ਨਸ ਨੂੰ ਸਸਟੇਨ ਕਰਨਾ। ਉਹਦੇ ਲਈ ਪਾਈਪਲਾਈਨਸ ਜ਼ਰੂਰੀ ਆ। ਅਸੀਂ ਕਦੇ ਵੀ ਪਾਈਪਲਾਈਨ ਦਾ ਵਿਰੋਧ ਨਹੀਂ ਕੀਤਾ, ਅਸੀਂ ਪਾਈਪਲਾਈਨ ਦੇ ਹੱਕ 'ਚ ਹਾਂ। ਸਾਨੂੰ ਪਤਾ ਹੈ ਕਿ ਜੇ ਅਲਬਰਟਾ ਦਾ ਆਇਲ ਜਿਹੜਾ ਹੈਗਾ ਉਹ ਬਾਹਰਲੀ ਮਾਰਕੀਟ 'ਚ ਵਿਕੇਗਾ, ਜਿੰਨਾ ਅਸੀਂ ਬਿਜ਼ਨਸ ਵਧਾਵਾਂਗੇ ਉਹਦੇ ਨਾਲ ਡਿਊ ਰਿਲੇਟਡ ਬਿਜ਼ਨਸ ਹੋਣਗੇ। ਬਾਕੀ ਅਲਬਰਟਾ ਇਹੋ ਜਿਹੀ ਸੈਂਟਰਲ ਸਿਚੁਏਸ਼ਨ 'ਚ ਬੈਠਾ ਹੈ ਜਿੱਥੇ ਆਲਰੇਡੀ ਤੁਸੀਂ ਕੈਲਗਰੀ ਦੇ ਲਾਗੇ ਡਿਵੈਲਪਮੈਂਟ ਹੁੰਦੀਆਂ ਦੇਖ ਲਓ ਕਿ ਇੱਕ ਸੈਂਟਰਲ ਡਿਸਟਰੀਬਿਊਸ਼ਨ ਹੱਬ ਬਣ ਰਹੀ ਆ। ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਜਾਂਦੇ ਹੋ, ਕੈਲਗਰੀ ਦੇ ਏਅਰਪੋਰਟ ਦੀ ਐਕਸਪੈਂਸ਼ਨ ਦੇਖ ਲਓ, ਉਹਦੇ ਨਾਲ ਕਿੰਨੀਆਂ ਹੋਰ ਫਲਾਈਟਸ ਆਉਣਗੀਆਂ, ਕਿੰਨੇ ਹੋਟਲ ਇੰਡਸਟਰੀ ਵਧੇਗੀ। ਕਈ ਸਿਸਟਮ ਜਿਹੜੇ ਆ ਉਹ ਪੋਪੂਲੇਸ਼ਨ ਬੇਸਡ ਨੈਚੁਰਲ ਚੱਲਦੇ, ਕਈ ਹੈਗੇ ਫੋਕਸ ਸਿਸਟਮ। ਜਿਹੜੀ ਆਇਲ ਆ ਉਹ ਫੋਕਸ ਸਿਸਟਮ ਹੈ। ਫੋਕਸ ਸਿਸਟਮ ਦੇ ਵਿੱਚ ਅਲਬਰਟਾ ਦੀ ਸਸਟੇਨੇਬਿਲਿਟੀ ਆ ਹੋਣੀ ਚਾਹੀਦੀ ਆ। ਉਸ ਤੋਂ ਅਗਲਾ ਕੁਐਸਚਨ ਆਉਂਦਾ ਉਹ ਹੈਗਾ ਕਿ ਜੇ ਅੱਜ ਆਇਲ ਦੀ ਪ੍ਰਾਈਸ ਘੱਟ ਆ, ਕਦੇ ਵੱਧ ਸੀ, ਤੇ ਅਸੀਂ ਉਹਨੂੰ ਸਿਸਟਮ ਨੂੰ ਕਿਵੇਂ ਮੇਨਟੇਨ ਕਰਨਾ। ਇਸੇ ਕਰਕੇ ਹੈਰੀਟੇਜ ਫੰਡ ਸੀ, ਇਸੇ ਕਰਕੇ ਅਲਬਰਟਾ ਦਾ ਸਸਟੇਨੇਬਲ ਫੰਡ ਸੀ। ਵਾਈਲਡ ਰੋਜ਼ ਪਾਰਟੀ ਇਸੇ ਕਰਕੇ ਕਹਿ ਰਹੀ ਹੈ ਕਿ ਜਿਹੜੀ ਸਪੈਂਡਿੰਗ ਹੈ ਉਹ ਕੰਟਰੋਲ 'ਚ ਹੋਣੀ ਚਾਹੀਦੀ ਹੈ। ਇਨਫਰਾਸਟਰਕਚਰ ਦੀ ਪ੍ਰਾਇੋਰਟੀ ਬੇਸ ਹੋਣੀ ਚਾਹੀਦੀ ਹੈ, ਕਿਹੜੇ ਕਿੱਥੇ ਲਾਉਣਾ। ਸਾਊਥ ਦਾ ਹਸਪੀਟਲ ਮੈਂ ਐਗਜ਼ਾਮਪਲ ਦੇ ਦਿੰਦਾ। ਵਾਈਟ ਐਲੀਫੈਂਟ ਬਣ ਗਿਆ ਜਦੋਂ ਤੁਹਾਡੇ ਕੋਲ ਕਿਸੇ ਇਨਫਰਾਸਟਰਕਚਰ ਨੂੰ ਰਨ ਕਰਨ ਲਈ ਪੈਸੇ ਨਹੀਂ ਹੈਗੇ। ਹੁਣ ਸਕੂਲ ਤੇ 200 ਬਣ ਜਾਣਾ ਜੀ, ਸਕੂਲ ਰਨ ਕਰਨ ਲਈ ਟੀਚਰਸ ਚਾਹੀਦੇ ਨੇ, ਪ੍ਰਿੰਸੀਪਲ ਚਾਹੀਦੇ ਨੇ। ਕਦੇ ਕਿਸੇ ਪਾਰਟੀ ਨੇ ਇਹਨਾਂ ਨੇ ਪੀਸੀ ਵਾਲਿਆਂ ਨੇ ਦੱਸਿਆ ਕਿ ਉਹ 200 ਸਕੂਲ ਦੇ ਵਿੱਚ ਜਿਹੜੇ ਟੀਚਰ ਹੋਣੇ ਉਹਨਾਂ ਨੂੰ ਮੇਨਟੇਨ ਕਰਨ ਲਈ ਫੰਡ ਕਿੱਥੋਂ ਆਉਣਾ। ਸਾਡੀਆਂ ਪਾਲਿਸੀਜ਼ ਬੜੀਆਂ ਕਲੀਅਰ ਨੇ ਕਿ ਸਸਟੇਨੇਬਲ ਫੰਡਸ ਦਿਓ ਤਾਂ ਕਿ ਉਹ ਆਪਣੇ ਹਿਸਾਬ ਨਾਲ ਮੇਨਟੇਨ ਕਰਨ ਕਿ ਜੇ ਇਨਫਰਾਸਟਰਕਚਰ ਬਣਾਉਣਾ ਤਾਂ ਉਹਨੂੰ ਚਲਾਉਣਾ ਕਿਵੇਂ ਆ, ਉਹਨਾਂ ਲਈ ਪੈਸਾ ਕਿੱਥੋਂ ਆਏਗਾ, ਫਰੰਟ ਲਾਈਨ ਪੈਸਾ ਕਿੱਥੋਂ ਆਏਗਾ। ਇਸੇ ਕਰਕੇ ਸਾਡੀ ਪਾਲਿਸੀ ਆ, ਅਸੀਂ ਚਾਹੁੰਦੇ ਕਿ ਦੁਬਾਰਾ ਹੈਰੀਟੇਜ ਫੰਡ, ਸਸਟੇਨੇਬਲ ਫੰਡ ਜਿਹੜਾ ਆ ਉਹ ਸੋਲਿਡ ਹੋਣਾ ਚਾਹੀਦਾ ਤਾਂ ਕਿ ਰੇਨੀਜ਼ ਡੇਜ਼ ਜਿਹੜੇ ਨੇ ਫਿਊਚਰ ਨਾਟ ਓਨਲੀ ਟੁਡੇ, ਬੱਚਿਆਂ ਦੇ ਫਿਊਚਰ ਲਈ ਵੀ ਉਹ ਪੈਸੇ ਬਚਣ। ਸੋ ਸਾਡੀ ਜਿਹੜੀ ਪਾਲਿਸੀਜ਼ ਜਦੋਂ ਬਾਹਰ ਆਉਂਦੀ ਹੈਗੀ ਆ, ਜਿਹੜੀ ਆਇਲ ਇੰਡਸਟਰੀ ਨੇ ਫਲਰਿਸ਼ ਹੋਣਾ, ਉਹਦੇ ਨਾਲ ਹੋਰ ਬਿਜ਼ਨਸ ਵੀ ਬੜੇ ਹੋਣੇ।
ਤੁਸੀਂ ਗੱਲ ਕੀਤੀ ਕਿ ਅਸੀਂ ਆਇਲ ਦੀ ਯੂਜ਼ੇਜ ਜਿਹੜੀ ਆ ਉਹ ਮਾਰਕੀਟ ਦੇ ਵਿੱਚ ਵਧਾਉਣਾ ਚਾਹੁੰਦੇ ਹਾਂ। ਹੁਣ ਅਗਰ ਆਇਲ ਦੀ ਯੂਜ਼ੇਜ ਜਿਹੜੀ ਆ ਮਾਰਕੀਟ ਦੇ ਵਿੱਚ ਵਧੇਗੀ, ਉਹਦੇ ਨਾਲ এনवायरमेंट ਤੇ ਜਿਹੜਾ ਇਫੈਕਟ ਆ ਉਹ ਆਟੋਮੈਟਿਕਲੀ ਵੱਧ ਜਾਣਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਤੇ ਉਹਨੂੰ ਕੰਟਰੋਲ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਪਾਲਿਸੀਜ਼ ਆ? ਕਿਉਂਕਿ ਜੇ ਅਸੀਂ ਆਇਲ ਬਿਜ਼ਨਸ ਖੁਦ ਦੀ ਵੀ ਗੱਲ ਕਰੀਏ, ਕਿਉਂਕਿ ਇਹ ਆਇਲ ਸੈਂਡਸ ਆ ਔਰ ਇੱਥੋਂ ਆਇਲ ਕੱਢਣ 'ਤੇ ਵੀ ਜਿਹੜਾ এনवायरमेंट 'ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ। এনवायरमेंट ਦੀ ਇੱਕ ਜਿਹੜਾ ਇਸ਼ੂ ਹੈਗਾ, ਬੜਾ ਵੇਗ ਤੇ ਵੱਡਾ ਇਸ਼ੂ ਆ। ਇਸ ਨੂੰ ਇੱਕ ਤਰੀਕੇ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਕੀ ਕੋਈ ਅਲਬਰਟਨ ਚਾਹੁੰਦਾ ਕਿ ਅਸੀਂ ਆਇਲ ਸੈਂਡਸ ਬੰਦ ਕਰ ਦਈਏ ਡਿਊ ਟੂ ਜਸਟ এনवायरमेंट? ਨਹੀਂ। ਲੋਕ ਇਹ ਚਾਹੁੰਦੇ ਨੇ ਕਿ ਤੁਸੀਂ এনवायरमेंटਲੀ ਕੌਸ਼ੈਂਟ ਹੋਵੋ। ਲੋਕ ਇਹ ਚਾਹੁੰਦੇ ਨੇ ਕਿ ਬਿਜ਼ਨਸ ਕਰੋ ਪਰ এনवायरमेंट ਨੂੰ ਧਿਆਨ 'ਚ ਰੱਖੋ। ਉਹਦੇ ਲਈ ਜਿਹੜੀਆਂ ਪਾਲਿਸੀ ਸਿਸਟਮ ਹੈਗਾ ਕਿ ਇੰਡਸਟਰੀ ਦੇ ਨਾਲ ਤੁਹਾਨੂੰ ਮਿਲ ਕੇ ਬੈਠਣਾ ਪੈਣਾ। ਇੰਡਸਟਰੀ ਨੂੰ ਤੁਹਾਨੂੰ ਹੌਲੀ ਹੌਲੀ ਉਸ ਬਲੌਕ 'ਤੇ ਲਿਆਉਣਾ ਪੈਣਾ ਜਿੱਥੇ ਜਿਹੜੀਆਂ ਪਾਲਿਸੀਜ਼ ਆਲਰੇਡੀ ਵਰਲਡ ਦੇ ਵਿੱਚ ਚੱਲ ਰਹੀਆਂ ਜਾਂ ਸਾਡੇ ਅਲਬਰਟਾ ਚੱਲ ਰਹੀਆਂ, ਕਿ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ। ਐਟ ਪ੍ਰੈਜ਼ੈਂਟ ਕੀ ਹੋ ਰਿਹਾ ਕਿ ਪੀਸੀ ਪਾਰਟੀ ਦੇ ਜਿਹੜੇ ਫਰੈਂਡਲੀ ਯੂਜ਼ਰ ਨੇ, ਜਿਹੜੇ ਗਵਰਨਮੈਂਟ ਨੂੰ ਇੰਨਾ ਫੰਡ ਦਿੰਦੇ ਨੇ, ਉਹ ਆਇਲ ਇੰਡਸਟਰੀ ਦੇ ਉੱਤੇ ਬੜਾ ਨਿਰਭਰ ਕਰਦੇ ਨੇ। ਇਸ ਕਰਕੇ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਬਾਕੀ এনवायरमेंट ਨੂੰ ਪ੍ਰੋਟੈਕਟ ਕਰਨ ਦੇ ਲਈ ਪਾਲਿਸੀਜ਼ ਦੀ ਕਮੀ ਨਹੀਂ ਹੈਗੀ ਜੀ, ਗੱਲ ਇੰਪਲੀਮੈਂਟੇਸ਼ਨ ਦੀ ਆ। ਅਸੀਂ ਬਿਲਕੁਲ ਇੰਡਸਟਰੀ ਨਾਲ ਬੈਠਾਂਗੇ, ਇੰਡਸਟਰੀ ਨੂੰ ਬਹਿ ਕੇ ਇੱਕ ਟਾਈਮ ਫਰੇਮ ਸੈੱਟ ਹੋਏਗਾ ਕਿ ਜੀ ਆਪਾਂ 5 ਈਅਰ ਟਾਰਗੇਟ ਕੀ ਆ, 10 ਈਅਰ ਟਾਰਗੇਟ ਕੀ ਆ, ਕਿਵੇਂ ਆਪਾਂ ਸਿਸਟਮ ਨੂੰ ਸਸਟੇਨ ਕਰਨਾ। ਜਦੋਂ ਇੱਕ ਵਾਰ ਸਿਸਟਮ ਸਸਟੇਨ ਹੋਣ ਲੱਗ ਪਿਆ, ਇੰਪਲੀਮੈਂਟੇਸ਼ਨ ਹੋਣ ਲੱਗ ਪਈ, ਫਿਰ ਬਿਜ਼ਨਸ ਵੀ ਵਧੇਗਾ, এনवायरमेंट ਵੀ ਪ੍ਰੋਟੈਕਟ ਹੋਏਗਾ, ਇੰਪਲੀਮੈਂਟੇਸ਼ਨ ਵੀ। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ, ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। ਬੈਸਟ ਬਾਏ ਫਰਨੀਚਰ, the perfect homemaker. Finance available for 6 months with 0% interest. Call 403-250-6661 403 250 6661। ਤੁਸੀਂ ਗੱਲ ਕੀਤੀ ਕਿ ਜਿਹੜੀਆਂ ਆਇਲ ਇੰਡਸਟਰੀ ਹੈ ਇਹਦੇ ਨਾਲ ਹੋਰ ਇੰਡਸਟਰੀਆਂ ਵੀ ਜੁੜੀਆਂ ਹੋਈਆਂ। ਨੋ ਡਾਊਟ ਬਹੁਤ ਸਾਰੀਆਂ ਇੰਡਸਟਰੀਜ਼ ਜੁੜੀਆਂ ਹੋਈਆਂ, ਪਰ ਮੁੱਕਦੀ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਜੇ ਅਸੀਂ ਇੱਕ ਦਿਨ ਦਾ ਲਾਸ ਦੀ ਗੱਲ ਕਰੀਏ, ਅਗਰ $1 ਵੀ ਪ੍ਰਾਈਸ ਘਟਦੀ ਹੈ ਤੇ ਉਹ ਮਿਲੀਅਨਸ ਆਫ ਡਾਲਰਸ ਦੇ ਵਿੱਚ ਜਾਂਦਾ ਅਮਾਊਂਟ, ਤੇ ਉਹ ਅਗਰ ਸਾਲਾਨਾ ਦੇਖੀਏ ਤਾਂ ਉਹ ਬਿਲੀਅਨਸ ਵਿੱਚ ਕਨਵਰਟ ਹੋ ਜਾਂਦਾ ਆ। ਤੇ ਐਡਾ ਵੱਡਾ ਡਿਫਰੈਂਸ ਜਿਹੜਾ ਆ ਉਹ ਮੇਰੇ ਹਿਸਾਬ ਦੇ ਨਾਲ ਕੱਲਾ ਇੱਕ ਹੈਰੀਟੇਜ ਫੰਡ ਜਾਂ ਜਿਹੜੇ ਹੋਰ ਤੁਸੀਂ ਗੱਲ ਕੀਤੀ ਆ ਉਹਨਾਂ ਦੇ ਉੱਤੇ ਡਿਪੈਂਡੈਂਟ ਹੋ ਕੇ ਅਸੀਂ ਕਿੱਦਾਂ ਕਰ ਸਕਦੇ ਹਾਂ? ਕਰ ਸਕਦੇ ਹਾਂ। ਵਰਲਡ ਦੇ ਵਿੱਚ ਐਗਜ਼ਾਮਪਲਸ ਹੈਗੀਆਂ। ਤੁਸੀਂ ਨਾਰਵੇ ਨੂੰ ਸਟੱਡੀ ਕਰ ਲਓ, ਤੁਸੀਂ ਅਲਾਸਕਾ ਨੂੰ ਸਟੱਡੀ ਕਰ ਲਓ। ਅਲਾਸਕਾ ਨੇ ਸਸਟੇਨੇਬਲ ਹੈਰੀਟੇਜ ਫੰਡ ਸ਼ੁਰੂ ਕੀਤਾ, ਨਾਰਵੇ ਨੇ ਕੀਤਾ। ਬਿਲੀਅਨਸ ਆਫ ਡਾਲਰ ਸੇਵਡ ਨੇ। ਗਵਰਨਮੈਂਟ ਉਹਨਾਂ ਦੇ ਵਿੱਚੋਂ ਮਿਲੀਅਨਸ ਆਫ ਡਾਲਰ ਦਾ ਰੈਵਨਿਊ ਸਟੇਟ 'ਤੇ ਖਰਚ ਰਹੀ ਆ। ਅਲਾਸਕਾ ਦੇ ਵਿੱਚ ਡਿਵੀਡੈਂਡ ਦਿੱਤਾ ਜਾ ਰਿਹਾ ਆ। ਨਾਰਵੇ ਕੋ ਮੋਰ ਦੈਨ $100 ਬਿਲੀਅਨ ਪਿਆ ਆ। ਅਲਬਰਟਾ ਤੇ ਨਾਰਵੇ ਨੇ, ਅਲਬਰਟਾ ਤੇ ਅਲਾਸਕਾ ਨੇ ਅਕੋਰਡਿੰਗਲੀ ਸੇਮ ਟਾਈਮ 'ਤੇ ਸ਼ੁਰੂ ਕੀਤਾ ਸੀ। ਪ੍ਰੋਬਲਮ ਮੈਨੇਜਮੈਂਟ ਦੀ। ਠੀਕ ਹੈ ਜੀ। ਔਰ ਪ੍ਰਾਈਮ ਐਗਜ਼ਾਮਪਲ ਵਰਲਡ ਦੇ ਵਿੱਚ ਬੈਠੀ ਆ ਕਿ ਕਿੰਨੇ ਬਿਲੀਅਨ ਡਾਲਰ ਅੱਜ ਨਾਰਵੇ ਕੋ ਪਿਆ ਔਰ ਕਿੰਨੇ ਬਿਲੀਅਨ ਡਾਲਰ ਅੱਜ ਅਲਾਸਕਾ ਕੋ। ਅਸੀਂ ਫਿਰ ਉਹੀ ਗੱਲ 'ਤੇ ਆਉਂਦੇ ਹਾਂ ਕਿ ਇਸ ਗਵਰਨਮੈਂਟ ਨੂੰ ਮੈਨੇਜਮੈਂਟ ਪ੍ਰੋਬਲਮ ਹੈ। ਇਸ ਪ੍ਰੋਵਿੰਸ ਦੇ ਵਿੱਚ ਵਨ ਆਫ ਦਾ ਰਿਚੈਸਟ ਪ੍ਰੋਵਿੰਸ ਜਿਹੜੀ ਪੂਰੇ ਕੈਨੇਡਾ ਦੀ ਇਕੋਨਮੀ ਨੂੰ ਡਰਾਈਵ ਕਰਦੀ ਆ, ਇਹਨੂੰ ਰੈਵਨਿਊ ਦੀ ਪ੍ਰੋਬਲਮ ਨਹੀਂ ਹੈ ਜੀ। ਹੁਣ ਇੰਡਸਟਰੀ ਦੀ ਗੱਲ ਚੱਲਦੀ ਪਈ ਹੈ ਤੇ ਇੱਕ ਹੋਰ ਮੁੱਦਾ ਜਿਹੜਾ ਬਹੁਤ ਪਿਛਲੇ ਸਮੇਂ ਦੇ ਵਿੱਚ ਕਾਫੀ ਇਹ ਭਖਿਆ ਸੀਗਾ, ਉਹ ਸੀ ਟੈਂਪਰੇਰੀ ਵਰਕਰ ਪ੍ਰੋਗਰਾਮ ਜਿਹੜਾ ਸੀ ਉਹਨੂੰ ਕੁਝ ਸਮੇਂ ਲਈ ਚਾਹੇ ਰੱਦ ਕੀਤਾ ਗਿਆ ਸੀ, ਔਰ ਹੁਣ ਜਿਹੜੀਆਂ ਕੰਡੀਸ਼ਨਸ ਲਗਾਈਆਂ ਗਈਆਂ ਉਹ ਬਹੁਤ ਜ਼ਿਆਦਾ ਟਫ ਨੇ। ਔਰ ਇਹਦੇ ਨਾਲ ਚਾਹੇ ਉਹ ਸਮਾਲ ਸਕੇਲ ਇੰਡਸਟਰੀ ਹੋਵੇ, ਕੋਈ ਵੀ ਛੋਟੇ ਮੋਟੇ ਰੈਸਟੋਰੈਂਟਸ ਹੈਗੇ ਆ, ਈਵਨ ਵੱਡੇ ਵੱਡੇ ਰੈਸਟੋਰੈਂਟਸ ਵੀ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ। ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਟੈਂਪਰੇਰੀ ਵਰਕਰ ਪ੍ਰੋਗਰਾਮ ਆ ਜਾਂ ਇਮੀਗ੍ਰੇਸ਼ਨ ਪੋਲਿਸੀ ਜਿਹੜੀ ਹੈਗੀ ਆ, ਉਹਦੇ ਲਈ ਅਲਬਰਟਾ ਗਵਰਨਮੈਂਟ ਨੂੰ ਕੁਛ ਹੋਰ ਕਰਨਾ ਚਾਹੀਦਾ ਸੀਗਾ, ਜਾਂ ਤੁਹਾਡੀਆਂ ਕੀ ਪੋਲਿਸੀਜ਼ ਹੋਣਗੀਆਂ ਕਿ ਇੱਥੇ ਦੀ ਇੰਡਸਟਰੀ ਜਿਹੜੀ ਆ ਉਹ ਸੈਂਟਰ ਦੀ ਕਿਸੇ ਜਿਹੜੀ ਇਸ਼ੂ ਦੇ ਨਾਲ ਸਫਰ ਨਾ ਕਰੇ? ਬਹੁਤ ਚੰਗੀ ਗੱਲ ਆ ਕਿ ਤੁਸੀਂ ਇਹ ਮੁੱਦਾ ਚੁੱਕਦੇ ਹੋ। ਦੇਖੋ, ਮੈਂ ਅੱਗੇ ਵੀ ਕਿਹਾ ਸੀ ਇਹ ਗੱਲ, ਅੱਜ ਫਿਰ ਕਹਿਣਾ ਤੁਹਾਡੇ ਸਰੋਤਿਆਂ ਨੂੰ ਕਿ ਅਲਬਰਟਾ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ
ਫੇਲ ਹੋਈ ਆ ਅਲਬਰਟਨਸ ਨੂੰ ਇਸ ਮਸਲੇ ਤੇ ਰਿਪਰੈਜ਼ੈਂਟ ਕਰਨ ਲਈ। ਜੇ ਤੁਸੀਂ ਮੈਨੀਟੋਬਾ ਨੂੰ ਸਟੱਡੀ ਕਰਦੇ ਹੋ, ਜੇ ਤੁਸੀਂ ਕੁਬੈਕ ਨੂੰ ਸਟੱਡੀ ਕਰਦੇ ਹੋ, ਜੇ ਤੁਸੀਂ ਸਸਕੈਚੁਅਨ ਨੂੰ ਸਟੱਡੀ ਕਰਦੇ ਹੋ, ਉਹ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਆਪਣੇ ਬਲਬੂਤੇ ਤੇ ਫੈਡਰਲ ਕਾਊਂਟਰ ਪਾਰਟਸ ਦੇ ਨਾਲ ਬਹੁਤ ਵਧੀਆ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਨੈਗੋਸ਼ੀਏਟ ਕੀਤਾ। ਉਹਨਾਂ ਦੀ ਜਿਹੜਾ ਕੋਟਾ ਉਹਨੂੰ ਚੈੱਕ ਕਰੋ ਤੇ ਅਲਬਰਟਾ ਦਾ ਕਰੋ। ਬਿਲਕੁਲ ਅਲਬਰਟਾ ਦੀ ਕਰੰਟ ਪੀਸੀ ਗਵਰਨਮੈਂਟ ਜਿਹੜੀ ਹੈ ਫੇਲ ਹੋਈ ਆ ਅਲਬਰਟਸ ਨੂੰ ਰਿਪਰੈਜ਼ੈਂਟ ਕਰਨ ਲਈ। ਇਹਨਾਂ ਦੇ ਬਿਜ਼ਨਸ ਦਾ ਸਤਿਆਨਾਸ਼ ਕਰ ਦਿੱਤਾ ਇਹਨਾਂ ਨੇ ਇਸ ਕੰਮ ਦੇ ਲਈ, ਕਿਉਂਕਿ ਇਹ ਆਪਣੇ ਫੈਡਰਲ ਕਾਊਂਟਰ ਪਾਰਟਸ ਦੇ ਨਾਲ ਪ੍ਰੋਪਰ ਜਿਹੜੀ ਨੈਗੋਸ਼ੀਏਸ਼ਨ ਕਰ ਹੀ ਨਹੀਂ ਸਕੇ। ਸੋ ਇਹਨਾਂ ਦੇ ਵਿੱਚ ਉਹ ਲੀਡਰਸ਼ਿਪ ਦੀ ਘਾਟ ਹੈ, ਇੰਟਾਈਟਲਮੈਂਟ ਜ਼ਿਆਦਾ ਆ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਇਸ਼ੂਜ਼ ਨੇ ਇਹ ਹੁਣ ਇੰਨੇ ਕੁ ਕ੍ਰੀਏਟ ਕਰ ਦਿੱਤੇ ਨੇ, ਕਿਉਂਕਿ ਇੱਥੇ 100,000 ਦੇ ਲਾਗੇ ਫੋਰਨ ਵਰਕਰ ਬੈਠਾ ਅਲਬਰਟਾ ਜੀ। ਅਲਬਰਟਾ ਦੀ ਇੰਡਸਟਰੀ ਫੋਰਨ ਵਰਕਰਸ ਦੇ ਨਾਲ ਰਿਲੇਟਡ ਆ, ਔਰ ਖਾਸ ਕਰ ਕਈ ਕਿੱਤੇ ਤਾਂ ਇਹੋ ਜਿਹੇ ਨੇ ਜਿਨ੍ਹਾਂ ਦੀ ਰਿਪਲੇਸਮੈਂਟ ਇੱਥੇ ਨਹੀਂ ਹੈਗੀ। ਕਿਉਂਕਿ ਜੇ ਤੁਸੀਂ ਇੱਕ ਕੁੱਕ ਦੀ ਗੱਲ ਕਰਦੇ ਹੋ, ਕਿਸੇ ਐਥਨਿਕ ਰੈਸਟੋਰੈਂਟ ਦੇ ਕੁੱਕ ਦੀ ਗੱਲ ਕਰਦੇ ਹੋ, ਇੱਥੇ ਨਹੀਂ ਰਿਪਲੇਸਮੈਂਟ ਕਈ ਵਾਰ ਮਿਲਦੀ। ਸੋ ਇਹ ਜਿਹੜਾ ਮੈਸ ਫੈਡਰਲ ਨੇ ਤੇ ਪੀਸੀ ਪਾਰਟੀ ਨੇ ਰਲ ਕੇ ਪਾਇਆ, ਇਹਨੂੰ ਕਲੀਨ ਕਰਨ ਦਾ ਸਾਡੇ ਕੋਲ ਇੱਕ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਜੇ ਕੈਨੇਡਾ ਦੀਆਂ ਬਾਕੀ ਪ੍ਰੋਵਿੰਸਿਸ ਜ਼ਿਆਦਾ ਕੋਟੇ ਦੇ ਨਾਲ ਸਸਟੇਨ ਕਰ ਸਕਦੀਆਂ ਕਿ ਅਲਬਰਟਾ ਕਿਉਂ ਨਹੀਂ। ਗੱਲ ਨੈਗੋਸ਼ੀਏਸ਼ਨ ਦੀ ਆ, ਗੱਲ ਉੱਥੇ ਖੜ ਕੇ ਸਟੈਂਡ ਲੈਣ ਦੀ ਅਲਬਰਟਨਸ ਲਈ। ਅਸੀਂ ਰੈਡੀ ਹਾਂ ਅਲਬਰਟਨਸ ਲਈ ਸਟੈਂਡ ਲੈਣ ਲਈ ਕਿ ਜਿਹੜੀ ਬੈਸਟ ਪਾਲਿਸੀ ਨੈਗੋਸ਼ੀਏਟ ਕੀਤੀ ਜਾਵੇ, ਜਿੱਥੇ ਅਲਬਰਟਾ ਆਪਣੇ ਹਿਸਾਬ ਦੇ ਨਾਲ ਦੇਖੇ ਕਿ ਸਾਨੂੰ ਕਿੰਨੇ ਬੰਦਿਆਂ ਦੀ ਲੋੜ ਹੈ, ਅਸੀਂ ਕਿੰਨੇ ਬੰਦਿਆਂ ਨੂੰ ਸਸਟੇਨ ਕਰ ਸਕਦੇ, ਸਾਡੇ ਬਿਜ਼ਨਸ ਕਿੰਨਿਆਂ ਨੂੰ ਸਸਟੇਨ ਕਰ ਸਕਦੇ। ਜੇ ਹੋ ਸਕੇ ਤਾਂ ਈਵਨ ਕੁਬੈਕ ਦੀ ਤਰਜ਼ ਤੇ ਸਾਨੂੰ ਜ਼ਿਆਦਾ ਇੰਡੀਪੈਂਡੈਂਸੀ ਲੈਣੀ ਪਵੇਗੀ, ਕਿਉਂਕਿ ਸਾਡਾ ਮਕਸਦ ਅਲਬਰਟਨਸ ਨੂੰ ਸਰਵ ਕਰਨਾ। ਅਸੀਂ ਅਲਬਰਟਨਸ ਦੀਆਂ ਨੀਡਸ ਨੂੰ ਮੁੱਖ ਰੱਖ ਕੇ, ਅਸੀਂ ਅਲਬਰਟਨਸ ਨੂੰ ਕੀ ਚਾਹੀਦਾ ਉਸ ਨੂੰ ਮੁੱਖ ਰੱਖ ਕੇ, ਚਾਹੇ ਉਹ ਫੈਡਰਲ ਦੇ ਨਾਲ ਲੜਾਈ ਦੀ ਗੱਲ ਨਹੀਂ ਹੈਗੀ, ਉੱਥੇ ਇੱਕ ਨੈਗੋਸ਼ੀਏਸ਼ਨ ਦੀ ਗੱਲ ਹੈ, ਇੱਕ ਵਧੀਆ ਕਾਊਂਟਰ ਪਾਰਟਸ ਦੀ ਗੱਲ ਹੈ। ਔਰ ਸਾਡੇ 'ਚ ਐਬਿਲਿਟੀ ਹੈ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਸਾਨੂੰ ਅਲਬਰਟਨਸ ਮੌਕਾ ਦਿੰਦੇ ਆ, ਅਸੀਂ ਉਹਨਾਂ ਲਈ ਬੈਸਟ ਪਾਲਿਸੀ ਨੈਗੋਸ਼ੀਏਟ ਕਰਕੇ, ਤਾਂ ਕਿ ਅਲਬਰਟਨ ਦੇ ਬਿਜ਼ਨਸ ਨੂੰ ਇਹੋ ਜਿਹੀ ਮੁਸ਼ਕਲ ਕਦੇ ਨਾ। ਪਰ ਜੇ ਅਸੀਂ ਕੋਈ ਅਨਾਊਂਸਮੈਂਟ ਦੇਖੀਏ ਜਾਂ ਕੋਈ ਪ੍ਰੋਪਰ ਏਜੰਡਾ ਜਿਹੜਾ ਇਸ ਮਾਮਲੇ 'ਚ ਜਾਰੀ ਕੀਤਾ ਗਿਆ ਹੋਵੇ, ਮੇਰੇ ਹਿਸਾਬ ਨਾਲ ਵਾਈਲਡਰਸ ਵੱਲੋਂ ਬਿਲਕੁਲ ਕਲੀਅਰ ਹੈ ਜੀ। ਤੁਸੀਂ ਸਾਡੀ ਵੈਬਸਾਈਟ ਦੇਖ ਲਓ, ਉਹਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਆ, ਇਟਸ ਵੈਰੀ ਕਲੀਅਰ ਕਿ ਮੋਰ ਇੰਡੀਪੈਂਡੈਂਸੀ ਚਾਹੀਦੀ ਹੈਗੀ ਅਲਬਰਟਨਸ ਨੂੰ, ਔਰ ਉਹ ਤਦ ਹੀ ਹੋਏਗੀ ਜੇ ਅਸੀਂ ਦੇਖੋ ਅਨਾਊਂਸਮੈਂਟ ਕਰਨ ਨਾਲ। ਇਹ ਉਹ ਮਸਲੇ ਨੇ ਜਿਹੜੇ ਤੁਸੀਂ ਬਹਿ ਕੇ ਪ੍ਰੋਪਰ ਨੈਗੋਸ਼ੀਏਟ ਕਰਨੇ। ਇਹ ਉਹ ਮਸਲਾ ਨਹੀਂ ਹੈਗਾ ਜਿੱਥੇ ਅਸੀਂ ਕਹਿ ਦਈਏ ਕਿ ਅਲਬਰਟਾ ਨੇ ਤਾਂ ਖੁਦ ਹੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਬਣਾ ਲੈਣੀ, ਤਾਂ ਹੋ ਨਹੀਂ ਸਕਦਾ ਨਾ। ਅਸੀਂ ਫੈਡਰਲ ਇੱਕ ਅਲੱਗ ਇਸ਼ੂਸ ਨੇ, ਉੱਥੇ ਹੈਗੀ ਨੈਗੋਸ਼ੀਏਸ਼ਨ। ਜਿੱਦਣ ਅਸੀਂ ਬੈਠਾਂਗੇ ਗੱਲ ਉਹੀ, ਜਦ ਅਸੀਂ ਅੱਜ ਕੁਛ ਕਹਿ ਦਈਏ ਅਸੀਂ ਬੈਠੇ ਕੀ ਕਰਾਂਗੇ, ਕੱਲ੍ਹ ਨੂੰ ਇਹ ਗੱਲ ਫੇਰ ਆ ਜਾਣੀ ਆ। ਇਹ 'ਚ ਬੜੇ ਸੁਧਾਰ ਕੀਤੇ ਜਾ ਸਕਦੇ ਨੇ। ਗੱਲ ਤੁਹਾਡੀ ਵਿਲ ਦੀ ਆ ਕਿ ਤੁਸੀਂ ਕਿਸ ਜਗ੍ਹਾ 'ਤੇ ਖੜ੍ਹੇ ਹੋ ਆਪਣੇ ਅਲਬਰਟਨਸ ਲਈ ਸਟੈਂਡ ਲੈਣ ਦੇ ਲਈ। ਅਸੀਂ ਬਿਲਕੁਲ ਉੱਥੇ ਦ੍ਰਿੜ ਖੜ੍ਹੇ ਹਾਂ ਕਿ ਅਸੀਂ ਅਲਬਰਟਨਸ ਦੇ ਬੈਨੀਫਿਟ ਦੇ ਲਈ ਫੈਡਰਲ ਗਵਰਨਮੈਂਟ ਨਾਲ ਪ੍ਰੋਪਰ ਨੈਗੋਸ਼ੀਏਸ਼ਨ ਕਰਨ ਲਈ ਦ੍ਰਿੜ ਹਾਂ, ਔਰ ਅਸੀਂ ਉਹੀ ਕਰਾਂਗੇ ਜਿਹੜਾ ਅਲਬਰਟਾ ਨੂੰ ਬੈਨੀਫਿਟ। ਤੇ ਜੇ ਅਸੀਂ ਇੱਕ ਹੋਰ ਪੱਖ ਜਿਹੜਾ ਹੈਗਾ ਉਹ ਦੇਖੀਏ, ਤੇ ਇਹਦੇ ਵਿੱਚ ਬਾਕੀ ਪ੍ਰੋਵਿੰਸ ਤੋਂ ਜਿਹੜੇ ਲੋਕ ਮੂਵ ਹੋ ਕੇ ਆ ਰਹੇ ਆ, ਹੁਣ ਪਿੱਛੇ ਮੈਂ ਇੱਕ ਪਰਸਨ ਨੂੰ ਮਿਲਿਆ ਸੀਗਾ, ਉਹ ਓਨਟਾਰੀਓ ਤੋਂ ਉੱਥੇ ਮੂਵ ਹੋ ਕੇ ਇੱਥੇ ਆਇਆ ਸੀ, ਤੇ ਇੱਥੇ ਆ ਕੇ ਜੋ ਉਹ ਚੀਜ਼ਾਂ ਦੇਖਦੇ ਆ ਕਿ ਹਾਂ ਟੈਕਸ ਜ਼ਰੂਰ ਘੱਟ ਹੈਗਾ ਇੱਥੇ, ਪਰ ਦੇ ਹੈਵ ਟੂ ਪੇ ਫॉर देयर ਚਿਲਡਰਨਸ ਸਕੂਲ ਫੀਸ, ਜੋ ਕਿ ਅਲਬਰਟਾ ਓਨਟਾਰੀਓ ਦੇ ਵਿੱਚ ਬਿਲਕੁਲ ਨਹੀਂ ਹੈਗਾ। ਸੋ ਇੱਦਾਂ ਦੀਆਂ ਪਾਲਿਸੀਜ਼ ਜਿਹੜੀਆਂ, ਇੱਦਾਂ ਦਾ ਡਿਫਰੈਂਸ ਕਿਉਂ ਹੈ ਇੰਨਾ ਜ਼ਿਆਦਾ? ਇਹਨੂੰ ਪਿੱਛੇ ਦੇਖਣਾ ਪਏਗਾ। ਜਿਹੜੀ ਫੰਡਿੰਗ ਹੈਗੀ ਆ, ਫੈਡਰਲ ਫੰਡਿੰਗ, ਉਹ ਬਹੁਤ ਜ਼ਿਆਦਾ ਇੰਪਾਰਸ਼ਲ ਹੈ। ਅਸੀਂ ਅੱਗੇ ਵੀ ਕਿਹਾ ਸੀ ਕਿ ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਬੜੀ ਕਲੀਅਰਲੀ ਇਹ ਗੱਲ ਕਹੀ ਸੀ ਕਿ ਜਿਹੜੀ ਡਿਸਟਰੀਬਿਊਸ਼ਨ ਆਫ ਦਾ ਫੰਡਸ ਹੈ ਫੈਡਰਲੀ, ਉਹਦੇ ਵਿੱਚ ਊਣਤਾਈਆਂ ਨੇ। ਉਹੀ ਗੱਲ ਫਿਰ ਨੈਗੋਸ਼ੀਏਸ਼ਨ ਦੀ ਹੈ ਕਿ ਪੀਸੀ ਸਰਕਾਰ, ਪ੍ਰੋਵਿੰਸ਼ੀਅਲ ਪੀਸੀ ਸਰਕਾਰ ਫੇਲ ਹੋਈ ਆ ਹਰ ਇੱਕ ਪੱਖ ਦੇ ਵਿੱਚ। ਆਪਣੇ ਅਲਬਰਟਨਸ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਫੈਡਰਲ ਦੇ ਨਾਲ ਜਿਹੜੇ ਮਸਲੇ ਫੈਡਰਲ ਗਵਰਨਮੈਂਟ ਨਾਲ ਰਿਲੇਟਡ ਆ, ਉਹਨਾਂ ਲਈ ਪ੍ਰੋਪਰ ਨੈਗੋਸ਼ੀਏਸ਼ਨ ਨਹੀਂ ਹੋ ਸਕੀ। ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਪੇਮੈਂਟ ਬੈਲੈਂਸ ਹੋਣਾ ਚਾਹੀਦਾ। ਉਹੀ ਜਿਹੜੇ ਪ੍ਰੋਗਰਾਮ ਆ ਅਲਬਰਟਾ ਦੇ ਲਈ ਫੰਡਸ ਹੋਰ ਆ ਰਹੇ ਨੇ, ਇਸ ਕਰਕੇ ਉਹ ਪਬਲਿਕ ਪ੍ਰੋਗਰਾਮ ਅਸੀਂ ਨਹੀਂ ਸਸਟੇਨ ਕਰ ਰਹੇ ਜੀ। ਉਹੀ ਕੁਬੈਕ ਦੇ ਵਿੱਚ, ontario ਦੇ ਵਿੱਚ ਫੁੱਲ ਫੰਡਿੰਗ ਹੋ ਰਿਹਾ। ਸੋ ਨਿਆਲੀਅਤ ਹੈ। ਮੁੜ ਕਿੜ ਕੇ ਗੱਲ ਤੁਸੀਂ ਜਿੱਥੇ ਮਰਜ਼ੀ ਲਾਇਓ ਘੁਮਾ ਕੇ, ਇਹ ਗੱਲ ਆ ਕਿ ਪੀਸੀ ਸਰਕਾਰ ਫੇਲ ਹੋਈ ਆ ਆਪਣੇ ਅਲਬਰਟਨਸ ਨੂੰ ਰਿਪਰੈਜ਼ੈਂਟ ਕਰਕੇ
ਪ੍ਰੋਪਰ ਨੈਗੋਸ਼ੀਏਸ਼ਨ ਕਰਨ ਲਈ, ਚਾਹੇ ਉਹ ਫੈਡਰਲ ਇਸ਼ੂਜ਼ ਦੇ ਨਾਲ ਨੈਗੋਸ਼ੀਏਸ਼ਨ ਆ, ਚਾਹੇ ਉਹ ਪ੍ਰੋਵਿੰਸ਼ਲੀ ਆ। ਅਸੀਂ ਪਹਿਲਾਂ ਵੀ ਕਿਹਾ ਕਿ ਪੇਮੈਂਟ ਬੈਲੈਂਸ ਹੋਣੀ ਚਾਹੀਦੀ ਹੈਗੀ, ਡਿਸਟਰੀਬਿਊਸ਼ਨ ਆਫ ਫੰਡਸ ਹੋਣੇ ਚਾਹੀਦੇ, ਔਰ ਅਸੀਂ ਗਾਹਾਂ ਵੀ ਅਲਬਰਟਨਸ ਦੇ ਲਈ ਪ੍ਰੋਪਰ ਨੈਗੋਸ਼ੀਏਸ਼ਨ ਕਰਨੀ। ਪਰ ਇੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਵੀ ਅਗਰ ਅਸੀਂ 43 ਸਾਲ ਬਹੁਤ ਲੰਬਾ ਸਮਾਂ ਹੁੰਦਾ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਇੱਕ ਗਵਰਨਮੈਂਟ ਨੂੰ ਇੱਕ ਕੰਮ ਕਰਨ, ਮਤਲਬ ਇੱਕ ਡਿਵੈਲਪਮੈਂਟ ਦੇ ਲਈ ਬਹੁਤ ਲੰਬਾ ਸਮਾਂ ਹੁੰਦਾ ਹੈ। ਅਤੇ ਕੀ ਅਲਬਰਟਾ ਸਭ ਤੋਂ ਰਿਚੈਸਟ ਪ੍ਰੋਵਿੰਸ ਹੋਣ ਦੇ ਬਾਵਜੂਦ ਵੀ ਫੈਡਰਲ ਗਵਰਨਮੈਂਟ ਤੋਂ ਕੋਈ ਫੰਡਿੰਗ ਜਾਂ ਕੋਈ ਜਿਹੜੀ ਸਹਾਇਤਾ ਕਿਉਂ ਨਹੀਂ ਲੈ ਪਾਇਆ? ਇਹ ਤਾਂ ਤੁਹਾਡੇ ਜਦੋਂ ਸਟੂਡੀਓ ਦੇ ਵਿੱਚ ਡੈਜ਼ਿਗਨੇਟਡ ਪ੍ਰੀਮੀਅਰ ਪ੍ਰਿੰਟਿਸ ਸਾਹਿਬ ਆਉਣ ਜਾਂ ਬਾਕੀ ਮਿਨਿਸਟਰ ਆਉਣ, ਉਹਨਾਂ ਨੂੰ ਜ਼ਰੂਰ ਪੁੱਛੋ ਨਹੀਂ ਇਹ ਕੀ ਗੱਲ ਆ, ਇਹ ਕੀ ਰੀਜ਼ਨ ਆ। ਅਸੀਂ ਤਾਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਪਿੱਛੇ ਰੀਜ਼ਨਿੰਗ ਕੀ ਆ। ਮੈਂ ਤੁਹਾਨੂੰ ਰੀਜ਼ਨਿੰਗ ਦੱਸੀ ਆ ਕਿ ਫੇਲ ਹੋਏ ਨੇ, ਚਾਹੇ ਇਹ ਅੱਜ ਸਾਡੇ ਫੈਡਰਲ ਮਿਨਿਸਟਰ ਹੀ ਆ ਕੇ ਪ੍ਰੋਵਿੰਸ ਦੇ ਪ੍ਰੀਮੀਅਰ ਬਣ ਰਹੇ ਨੇ, ਪਰ ਜਿੱਦਣ ਇਹ ਉੱਥੇ ਬੈਠੇ ਸੀ ਉਦਣ ਇਹਨਾਂ ਨੂੰ ਪੁੱਛੋ ਕਿ ਅਲਬਰਟਾ ਨੂੰ ਇਕੁਅਲ ਜਿਹੜੀ ਫੈਡਰਲ ਫੰਡਿੰਗ ਆ ਉਹਦੇ 'ਤੇ ਕਿਉਂ ਨਹੀਂ ਬੋਲਿਆ ਗਿਆ, ਕਿਉਂ ਉਦਣ ਅਲਬਰਟਾ ਦਾ ਚੇਤਾ ਨਹੀਂ ਸੀ। ਸਵਾਲ ਉਹ ਹੀ ਆ ਕਿ ਜਦੋਂ ਵੀ ਤੁਸੀਂ ਸਰਵਿਸ ਟੂ ਦਾ ਸਟੇਟ ਲਈ ਆਉਂਦੇ ਹੋ ਉਦੋਂ ਹੀ ਇਹ ਮੁੱਦੇ ਚੁੱਕੇ ਜਾਂਦੇ ਨੇ, ਜਦੋਂ ਇੰਟਾਈਟਲਮੈਂਟ ਦੇ ਚੱਕਰ 'ਚ ਆਉਂਦੇ ਹੋ ਉਦੋਂ ਮੁੱਦੇ ਨਹੀਂ ਚੁੱਕੇ ਜਾਂਦੇ। ਸੋ ਪੀਸੀ ਸਰਕਾਰ ਇੰਟਾਈਟਲਮੈਂਟ ਦੇ ਚੱਕਰ 'ਚ, ਸਰਵਿਸ ਦੇ ਚੱਕਰ 'ਚ ਨਹੀਂ। ਗੱਲਬਾਤ ਦਾ ਦੌਰ ਬਹੁਤ ਵਧੀਆ ਚੱਲਦਾ ਪਿਆ ਜੀ। ਅਸੀਂ ਬਹੁਤ ਸਾਰੇ ਸਵਾਲਾਂ ਜਿਹੜੇ ਆ ਉਹਨਾਂ ਦੇ ਜਵਾਬ ਸਾਨੂੰ ਮਿਲੇ ਆ। ਇੱਕ ਹੋਰ ਸਵਾਲ ਜਿਹੜਾ ਹੈ ਉਹ ਹੈ ਜੀ, ਅਲਬਰਟਾ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਸਟੈਂਡ ਲਿਆ ਗਿਆ ਹੈ ਉਹਦੇ ਬਾਰੇ ਵਾਈਲਡ ਰੋਜ਼ ਦੀ ਜਿਹੜਾ ਇੱਕ ਪੋਲਿਸੀ ਆ ਉਹ ਤੁਸੀਂ ਕਲੀਅਰ ਕਰ ਸਕਦੇ ਹੋ? ਵਾਈਲਡ ਰੋਜ਼ ਪਾਰਟੀ ਦੇ ਵਿੱਚ ਇੱਕ ਗ੍ਰਾਸ ਰੂਟ ਸਿਸਟਮ ਆ, ਜਿਹੜੀ ਪਾਲਿਸੀ ਡਿਵੈਲਪ ਹੁੰਦੀ ਆ ਉਹ ਪਾਲਿਸੀ ਪਬਲਿਕ 'ਚੋਂ ਆਉਂਦੀ ਆ। ਜਦੋਂ ਕੋਈ ਵੀ ਪਬਲਿਕ ਪਰਸਨ ਪਿਛਲੀਆਂ ਗਵਰਨਮੈਂਟ ਦੀਆਂ, ਪਿਛਲੀਆਂ ਸਰਕਾਰ ਦੀਆਂ ਨਿਆਲੀਅਤ ਨੂੰ ਦੇਖਦਾ ਹੈ ਤੇ ਕਈ ਵਾਰ ਉਹਨਾਂ ਨੂੰ ਪਾਲਿਸੀ ਦੇ ਇੰਪਲੀਮੈਂਟੇਸ਼ਨ 'ਤੇ ਸ਼ੱਕ ਹੋਣ ਲੱਗ ਪੈਂਦੀ ਹੈ। ਅਲਬਰਟਾ ਵਿੱਚ ਵੀ ਕੁਛ ਇਹੋ ਜਿਹਾ ਹੋਇਆ ਕਿ ਹਿਊਮਨ ਰਾਈਟ ਕਮਿਸ਼ਨ ਜਦੋਂ ਬਣਿਆ, ਬਹੁਤੇ ਲੋਕਾਂ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਇਹ ਸਿਸਟਮ ਸ਼ੁਰੂ ਹੋਇਆ ਤੇ ਪਿੱਛੇ ਕੀ ਰੀਜ਼ਨਿੰਗ ਸੀ। ਜਦੋਂ ਪੀਟਰ ਲੋਹਿਟ ਹੋਣਾ ਨੇ ਹਿਊਮਨ ਰਾਈਟ ਕਮਿਸ਼ਨ ਸ਼ੁਰੂ ਕੀਤਾ, ਉਸ ਵੇਲੇ ਇੱਥੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਰੈਂਟਲ ਪ੍ਰੋਬਲਮ ਦੀ ਸੀ। ਹਿਊਮਨ ਰਾਈਟ ਕਮਿਸ਼ਨ ਉੱਥੋਂ ਸ਼ੁਰੂ ਹੋਇਆ ਸੀ। ਹੌਲੀ ਹੌਲੀ ਜਿਵੇਂ ਅਲਬਰਟਾ ਡਿਵਰਸ ਹੁੰਦਾ ਗਿਆ, ਉਹਦੀ ਜੂਰਿਸਡਿਕਸ਼ਨ ਵੱਧਦੀ ਗਈ। ਹਿਊਮਨ ਰਾਈਟਸ ਕਮਿਸ਼ਨ ਜਿਹੜਾ ਹੋਰ ਮਸਲੇ ਦੇਖਣ ਲੱਗ ਪਿਆ, ਚਾਹੇ ਉਹ ਡਿਸਕ੍ਰਿਮੀਨੇਸ਼ਨ ਦੇ ਸੀ, ਵਰਕ ਫੋਰਸ ਤੇ ਡਿਸਕ੍ਰਿਮੀਨੇਸ਼ਨ ਸੀ, ਉਸ ਦੇ ਮਸਲੇ ਵਧੀ ਗਏ। ਕਈ ਵਾਰ ਕੀ ਹੁੰਦਾ ਕਿ ਜਦੋਂ ਉਹ ਮਸਲੇ ਵੱਧਦੇ ਜਾਂਦੇ ਆ, ਉਹਦੇ ਨਾਲ ਨਾਲ ਕਈ ਬੰਦੇ ਵਿਕਟਮ ਵੀ ਬਣਦੇ ਨੇ। ਫਾਲਸ ਇੱਕੋ ਹਰ ਚੀਜ਼ ਦੇ ਵਿੱਚ ਉਣਤਾਈਆਂ ਹੁੰਦੀਆਂ ਨੇ ਜੀ। ਲੋਕ ਇਸ ਸਟੇਜ ਤੇ ਆ ਕੇ ਖੜ ਗਏ ਕਿ ਹਿਊਮਨ ਰਾਈਟ ਕਮਿਸ਼ਨ ਦਾ ਮਿਸਯੂਜ਼ ਹੁੰਦਾ, ਲੋਕਾਂ ਦੀ ਫਰੀਡਮ ਜਿਹੜੀ ਹੈਗੀ ਆ, ਫਰੀਡਮ ਆਫ ਸਪੀਚ ਤੇ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਜਿਹੜੇ ਲੋਕ ਸੀ ਉਹ ਦੇਖਣ ਲੱਗ ਪਏ ਕਿ ਸਾਡੇ ਦੇ ਉੱਤੇ ਕਟਾਸ ਹੋ ਰਹੇ ਨੇ। ਉਹਦੇ ਵਿੱਚ ਜਦੋਂ ਗ੍ਰਾਸ ਰੂਟ ਪਾਰਟੀ ਦੇ ਵਿੱਚ ਲੋਕ ਹੁੰਦੇ ਨੇ, ਉਹਨਾਂ ਨੇ ਵਾਈਲਡ ਰੋਜ਼ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਸੀ, ਕਿਉਂਕਿ ਨਵੀਂ ਪਾਰਟੀ ਸੀ, ਕਈ ਵਾਰ ਲੋਕ ਇਮੋਸ਼ਨਲ ਸਿਸਟਮ ਦੇ ਵਿੱਚ ਵੀ ਹੁੰਦੇ ਨੇ ਜੀ। ਉਹਨਾਂ ਨੇ ਇਸ ਗੱਲ ਨੂੰ ਕੀਤਾ ਕਿ ਜੀ ਪਾਲਿਸੀ ਪਾਸ ਹੋ ਗਈ ਕਿ ਹਿਊਮਨ ਰਾਈਟ ਕਮਿਸ਼ਨ ਨੂੰ ਡਿਮੋਲਿਸ਼ ਕਰ ਦਿਓ। ਮੈਂ ਉਦਣ ਵੀ 700-800 ਦੇ ਇਕੱਠ ਵਿੱਚ ਖੜ ਕੇ ਐਜ਼ ਅ ਪਾਰਟੀ ਡੈਲੀਗੇਟ ਕਿਹਾ ਸੀ ਕਿ ਇਹ ਰੋਂਗ ਸਟੈਪ ਹੈ। ਬਿਲਕੁਲ ਮੈਂ ਇਸ ਫੇਵਰ 'ਚ ਹਾਂ ਕਿ ਹਿਊਮਨ ਰਾਈਟ ਕਮਿਸ਼ਨ ਨੂੰ ਮੋਡੀਫਾਈ ਕਰਨਾ ਚਾਹੀਦਾ। ਹਿਊਮਨ ਰਾਈਟਸ ਕਮਿਸ਼ਨ ਐਟ ਪ੍ਰੈਜ਼ੈਂਟ ਜਿਹੜਾ ਉਹ ਚੰਗੀ ਤਰ੍ਹਾਂ ਵਰਕ ਨਹੀਂ ਕਰਦਾ। ਇਹਦੇ ਵਿੱਚ ਜਿਹੜੀਆਂ ਉਣਤਾਈਆਂ ਨੇ ਉਹਨੂੰ ਦੂਰ ਕਰਨਾ ਚਾਹੀਦਾ, ਪਰ ਇਹਨੂੰ ਡਿਮੋਲਿਸ਼ ਨਹੀਂ ਕਰਨਾ ਚਾਹੀਦਾ। ਮਿਸਾਲ ਦੇ ਤੌਰ ਤੇ ਜਿੰਨੇ ਵੀ ਹਾਈ ਪ੍ਰੋਫਾਈਲ ਕੇਸ ਹੋਏ ਨੇ ਅਲਬਰਟਾ ਦੇ ਵਿੱਚ, ਚਾਹੇ ਉਹ ਨੈਣੀ ਕੇਸ ਲਾ ਲਓ, ਉਹ ਸੁਪਰੀਮ ਕੋਰਟ 'ਚ ਜਾ ਕੇ ਸੈਟਲ ਹੋਇਆ। ਜੇ ਤੁਸੀਂ ਲੀਜਨ ਦਾ ਪੱਗ ਵਾਲਾ ਕੇਸ ਲਾ ਲਓ ਅਲਬਰਟਾ 'ਚ, ਉਹ ਵੀ ਸੁਪਰੀਮ ਕੋਰਟ 'ਚ ਜਾ ਕੇ ਸੈਟਲ ਹੋਇਆ। ਜਦ ਕਿ ਜਿਹੜੇ ਅਫੈਂਸ ਨੇ ਉਹ ਅਲਬਰਟਾ ਤੇ ਹੋ ਰਹੇ ਨੇ। ਅਲਬਰਟਾ ਦੇ ਕੋਲ ਕੋਈ ਜੂਰਿਸਡਿਕਸ਼ਨ ਨਹੀਂ ਹੈਗੀ ਕਮਿਸ਼ਨ ਤੋਂ ਬਾਅਦ, ਪ੍ਰੋਵਿੰਸ਼ਲੀ ਕੋਈ ਜੱਜ ਨਹੀਂ ਹੈਗਾ ਜਿਹੜਾ ਇਹਨਾਂ ਕੇਸਾਂ ਨੂੰ ਸੁਣੇ। ਜਦੋਂ ਤੁਸੀਂ ਹਿਊਮਨ ਰਾਈਟ ਕਮਿਸ਼ਨਸ ਦੇ ਬੰਦਿਆਂ ਨੂੰ ਦੇਖਦੇ ਹੋ, ਪੀਸੀ ਪਾਰਟੀ ਦਾ ਕਲਚਰ ਹੈ ਇੰਟਾਈਟਲਮੈਂਟ ਦਾ। ਜਿੰਨੇ ਬੋਰਡਸ ਨੇ ਕਮਿਸ਼ਨ ਨੇ ਚਹੇਤੇ ਲਾਏ ਹੋਏ ਨੇ ਜੀ, ਉੱਥੇ ਚਹੇਤੇ ਬੈਠੇ ਨੇ। ਲੋਕਾਂ ਨੂੰ ਅੱਜ ਵੀ 6-6 7-7 ਸਾਲ ਜਿਹੜਾ ਹੈ ਇਨਸਾਫ ਨਹੀਂ ਮਿਲ ਰਿਹਾ ਕੰਪਲੇਂਟਸ ਦਾ। ਹਿਊਮਨ ਰਾਈਟ ਕਮਿਸ਼ਨ ਦਾ ਇੰਨਾ ਕੁ ਬੈਕਲੌਗ ਹੋ ਚੁੱਕਾ ਹੈ ਕਿ 6-6 ਸਾਲ ਲੋਕਾਂ ਦੇ ਕੇਸ ਚੱਲਦੇ ਨੇ। ਹੋਗਾ ਇਹ ਕੋਈ ਫਰਜ਼ ਥੋੜ੍ਹੀ ਬਣਦੀ ਆ। ਅਸੀਂ ਉਸ ਵੇਲੇ ਗੱਲ ਕੀਤੀ ਹੈ ਕਿ ਬਿਲਕੁਲ ਮਿਸਟੇਕ ਹੋਈ ਆ, ਪਾਰਟੀ ਨੇ ਮਿਸਟੇਕ ਜਿਹੜੇ ਸਾਡੀ ਸੀਗਾ। ਪਰ ਉਸ ਤੋਂ ਬਾਅਦ ਇਲੈਕਸ਼ਨਸ ਤੋਂ ਬਾਅਦ ਅਸੀਂ ਅਲਬਰਟਨਸ ਨੂੰ ਸੁਣਿਆ, ਅਸੀਂ ਐਡਮਿਟ ਕੀਤਾ। ਅਸੀਂ ਇਹ ਬਿਲੀਵ ਕਰਦੇ ਹਾਂ ਕਿ ਮਿਸਟੇਕ ਐਡਮਿਟਡ
ਇਜ਼ ਦ ਮਿਸਟੇਕ ਕਰੈਕਟਡ। ਜੇ ਮਿਸਟੇਕ ਨੂੰ ਐਡਮਿਟ ਨਹੀਂ ਕਰੋਗੇ ਤਾਂ ਉਹਨੂੰ ਕਰੈਕਟ ਨਹੀਂ ਕਰ ਸਕਦੇ। ਅਸੀਂ ਅਲਬਰਟਨਸ ਨੂੰ ਸੁਣਿਆ, ਉਸ ਤੋਂ ਬਾਅਦ ਸਾਡੇ ਡੈਲੀਗੇਟਸ ਨੇ ਯੂਨੈਨਿਮਸਲੀ ਦੁਬਾਰਾ ਇਹ ਕਿਹਾ ਕਿ ਨਹੀਂ, ਹਿਊਮਨ ਰਾਈਟ ਕਮਿਸ਼ਨ ਨੂੰ ਐਜ਼ ਇਟ ਇਜ਼ ਰਹਿਣ ਦਿਓ, ਪਰ ਲੋਕਾਂ ਦੀ ਸਰਵਿਸ ਨੂੰ ਬਿਹਤਰ ਬਣਾਓ। ਉਹਦੇ ਲਈ ਬਹੁਤ ਸਾਰੇ ਪੱਖ ਉਹਦੇ ਹੈਗੇ ਆ, ਜਿਹਦੇ ਵਿੱਚ ਵਿਕਟਮਸ ਨੂੰ ਵੀ ਧਿਆਨ 'ਚ ਰੱਖੋ। ਅਸੀਂ ਚਾਹੁੰਦੇ ਕਿ ਜਿਹੜੇ ਬੰਦੇ ਕਮਿਸ਼ਨ ਦੇ ਮੈਂਬਰ ਨੇ ਜੀ, ਉਹ ਲਾਇਰਸ ਹੋਣੇ ਚਾਹੀਦੇ ਨੇ, ਜਿਨ੍ਹਾਂ ਨੂੰ ਕੰਸਟੀਟਿਊਸ਼ਨ ਲਾਅ ਦਾ ਪਤਾ ਹੋਵੇ। ਜਦੋਂ ਕੰਪਲੇਨਸ ਆਉਂਦੀ ਹੈ ਉਹਨਾਂ ਨੂੰ ਪਤਾ ਹੋਵੇ ਕਿ ਕੰਪਲੇਨਸ ਵੈਲਿਡ ਹੈਗੀ ਆ, ਕਿ ਇਹ ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਇਹਦਾ ਕੋਈ ਕੇਸ ਬਣਦਾ ਕਿ ਨਹੀਂ ਬਣਦਾ। ਉੱਦਾਂ ਹੀ ਨਹੀਂ ਲੋਕਾਂ ਨੂੰ 6-6 ਸਾਲ ਲਟਕਾਈ ਚੱਲੋ। ਪ੍ਰੋਪਰ ਮੀਡੀਏਸ਼ਨ, ਪ੍ਰੋਪਰ ਆਰਬਿਟ੍ਰੇਸ਼ਨ। ਉਸ ਤੋਂ ਬਾਅਦ ਜੂਰਿਸਡਿਕਸ਼ਨ ਜੇ ਐਸਟੈਬਲਿਸ਼ ਹੋ ਜਾਂਦੀ ਅਲਬਰਟਾ ਦੇ ਵਿੱਚ, ਤੁਸੀਂ ਆਪਣਾ ਜੱਜ ਲਾਓ ਤਾਂ ਕਿ ਇੱਥੇ ਨਿਬੇੜਾ ਹੋਵੇ, ਛੇਤੀ ਹੋਵੇ। ਤਾਂ ਚੇਂਜਿਸ ਹੋਣ ਵਾਲੀਆਂ ਨੇ। ਮਿਸਟੇਕ ਐਡਮਿਟਡ ਹੈ, ਮਿਸਟੇਕ ਕਰੈਕਟਡ ਹੈ, ਪਰ ਹਿਊਮਨ ਰਾਈਟ ਕਮਿਸ਼ਨ ਜਿਉਂ ਦਾ ਤਿਉਂ ਆ। ਅੱਜ ਪਾਰਟੀ ਦੇ ਸਟੈਂਡ ਆ। ਕਈ ਵਾਰ ਹੁੰਦਾ ਕਿ ਪਾਰਟੀ ਸਟੈਂਡ ਕਿਉਂ ਚੇਂਜ ਕਰਦੀ ਆ। ਅਸੀਂ ਕੋਈ ਇੱਕ ਖਿੱਤੇ ਨੂੰ ਇੱਥੇ ਸਰਵ ਨਹੀਂ ਕਰਨਾ ਜੀ, ਇਹ ਸਰਵਿਸ ਟੂ ਦਾ ਸਟੇਟ ਹੈ। ਉਦੋਂ ਵੀ ਉਹ ਸਟੇਟਸਮੈਨ ਸਨ ਜਿਨ੍ਹਾਂ ਨੇ ਗ੍ਰਾਸ ਰੂਟ ਦੇ ਵਿੱਚ ਲਿਆਂਦੀ। ਅੱਜ ਜਦੋਂ ਤੁਸੀਂ ਕੰਸਲਟੇਸ਼ਨ ਕਰਦੇ ਹੋ, ਉਹੀ ਸਟੇਟਸਮੈਨ ਨੇ ਜਿਨ੍ਹਾਂ ਨੇ ਕਿਹਾ ਕਿ ਨਹੀਂ, ਆਪਾਂ ਇਹਨੂੰ ਠੀਕ ਕਰੀਏ। ਪਰ ਜਿਹੜੀਆਂ ਸਰਵਿਸ ਨੇ ਉਹ ਠੀਕ ਹੋਣ ਦੀ ਲੋੜ ਹੈ, ਔਰ ਉਹ ਅਸੀਂ ਡਿਟਰਮਿਨ ਆ ਕਿ ਜਿਹੜਾ ਹਿਊਮਨ ਰਾਈਟ ਕਮਿਸ਼ਨ ਆ ਇਹਨੂੰ ਡਿਮੋਲਿਸ਼ ਨਹੀਂ, ਇਹਨੂੰ ਰੀਹੈਬ ਕਰਨ ਦੀ ਲੋੜ ਹੈ, ਔਰ ਇਹਨੂੰ ਪ੍ਰੋਪਰ ਰੀਹੈਬ ਕੀਤਾ ਜਾਵੇ। ਜੇ ਅਸੀਂ ਹੁਣ ਬਾਈ ਇਲੈਕਸ਼ਨਸ ਦੀ ਗੱਲ ਕਰੀਏ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਕਿ ਵਾਈਲਡ ਰੋਜ਼ ਕਿੰਨਾ ਵਧੀਆ ਕਰ ਰਹੀ ਹੈ? ਦੇਖੋ, ਇਹ ਬਹੁਤ ਯੂਨੀਕ ਟਾਈਮ ਆ ਅਲਬਰਟਾ ਦੀ ਹਿਸਟਰੀ ਦਾ ਕਿ ਚਾਰੇ ਦੀਆਂ ਚਾਰੇ ਸੀਟਾਂ ਜਿਹੜੀਆਂ ਸਿਟਿੰਗ ਗਵਰਨਮੈਂਟ ਦੇ ਕੋਲ ਆ, ਔਰ ਚਾਰੇ ਦੀਆਂ ਚਾਰੇ ਸੀਟਾਂ ਜਿੱਤਣ ਦੇ ਲਈ ਜਿਹੜੀ ਸਰਕਾਰ ਹੈ ਉਸਨੇ 2 ਤੇ ਅਨਇਲੈਕਟਿਡ ਮਿਨਿਸਟਰ ਉਤਾਰੇ ਹੋਏ ਨੇ, ਪ੍ਰੀਮੀਅਰ ਸਾਹਿਬ ਆਪ ਉਤਰੇ ਹੋਏ ਨੇ, ਔਰ ਉਸ ਨੂੰ ਜਿੱਤਣ ਦੇ ਲਈ ਹਰ ਇੱਕ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਨੇ। ਪਰ ਉਸ ਦੇ ਬਾਵਜੂਦ ਵੀ ਅਲਬਰਟਨਸ ਰੈਡੀ ਹੈ ਮੈਸੇਜ ਦੇਣ ਲਈ। ਜਿਹੜਾ ਅਸੀਂ ਡੋਰ ਨੌਕਿੰਗ ਕਰ ਰਹੀ ਹੈ ਸਾਡੀ ਸਮੁੱਚੀ ਟੀਮ ਪੂਰੇ ਅਲਬਰਟਾ ਦੇ ਵਿੱਚ, ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਹੈ, ਔਰ ਅਸੀਂ ਹੋਪਫੁਲ ਹਾਂ ਕਿ ਪਬਲਿਕ ਜਿਹੜੀ ਆ ਉਹ ਜ਼ਰੂਰ ਆਪਣਾ ਮੈਸੇਜ ਦੇਗੀ, ਕਿਉਂਕਿ ਸਾਡਾ ਨਾਰਾ ਹੀ ਆ ਸੈਂਡ ਮੈਸੇਜ ਟੂ ਪੀਸੀ, ਔਰ ਉਸ ਨਾਰੇ 'ਤੇ ਪਬਲਿਕ ਵਰਕ ਕਰ ਰਹੀ ਆ। ਜ਼ਰੂਰ ਮੈਸੇਜ ਆਏਗਾ, ਔਰ ਤੁਸੀਂ ਦੇਖੋਗੇ ਕਿ ਵਾਈਲਡ ਰੋਜ਼ ਦੇ MLA ਆਉਣਗੇ, PC ਪਾਰਟੀ ਆਪਣੀਆਂ ਸੀਟਸ ਲੂਜ਼ ਕਰੇਗੀ। ਇਹ ਰੁਝਾਨ ਸਿਸਟਮ ਦੀ ਗੱਲ ਨਹੀਂ। ਠੀਕ ਹੈ, ਆਪਾਂ ਕਈ ਵਾਰੀ ਜਦੋਂ ਬਾਈ ਇਲੈਕਸ਼ਨਸ ਹੁੰਦੀਆਂ ਨੇ ਲੋ ਟਰਨ ਆਊਟ ਵੀ ਹੁੰਦੀ ਆ। ਜਦੋਂ ਬਾਈ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਲੋਕ ਆਪਣਾ ਗੁੱਸਾ ਵੀ ਦਿਖਾਲਦੇ ਨੇ, ਇਹ ਸਾਰਾ ਕੁਛ ਹੈਗਾ ਆ। ਪਰ ਇਸ ਵੇਲੇ ਜਿਹੜੀ ਐਕਚੁਅਲ ਗੱਲ ਹੈ ਉਹ ਹੈਗੀ ਆ ਅਲਬਰਟਨਸ ਦੇ ਫਿਊਚਰ ਦੀ, ਔਰ ਅਲਬਰਟਨਸ ਆਪਣੇ ਫਿਊਚਰ ਲਈ ਇੰਨੇ ਜਾਗਰੂਕ ਆ ਕਿ ਉਹ ਡੋਰਸ 'ਤੇ ਗੱਲ ਦੱਸਦੇ ਨੇ ਕਿ ਦਿਸ ਇਜ਼ ਦਾ ਟਾਈਮ ਕਿ ਅਸੀਂ PC ਪਾਰਟੀ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ, ਔਰ ਉਹ ਮੈਸੇਜ ਤੁਹਾਨੂੰ 27 ਤਰੀਕ ਨੂੰ ਪਤਾ ਚੱਲੇਗਾ। ਕਿਉਂਕਿ ਪਹਿਲਾਂ ਜਦੋਂ ਕਿਸੇ ਗੱਲ ਦਾ ਖੁਲਾਸਾ ਹੋ ਜਾਵੇ ਤੇ ਉਹਨਾਂ ਮਜ਼ਾ ਨਹੀਂ ਰਹਿੰਦਾ। ਅਸੀਂ ਸੋਚਦੇ ਵੀ 27 ਤਰੀਕ ਨੂੰ ਹੀ ਪੂਰੀ ਅਲਬਰਟਨ ਇਸ ਦਾ ਮਜ਼ਾ ਲੈਣ ਕਿ ਲੋਕਾਂ ਨੇ PC ਸਰਕਾਰ ਨੂੰ ਮੈਸੇਜ ਕੀ ਦਿੱਤਾ। ਜੀ, ਜੇ ਇਸ ਸਮੇਂ ਇੱਕ ਹੋਰ ਜਿਹੜੀਆਂ 2-3 ਪਿੱਛੇ ਡਿਬੇਟਸ ਹੋਈਆਂ ਆ, 2 ਡਿਬੇਟਸ, ਇੱਕ ਦੇ ਵਿੱਚ PC ਜ਼ਰੂਰ ਪਹੁੰਚੀ ਆ, ਪਰ ਦੂਸਰੀ ਡਿਬੇਟ ਦੇ ਵਿੱਚ ਉੱਥੇ ਜਿਮ ਪ੍ਰਿੰਟਸ ਖੁਦ ਵੀ ਨਹੀਂ ਪਹੁੰਚੇ, ਔਰ ਇਹ ਵੀ ਪਤਾ ਲੱਗਾ ਕਿ ਜਿਹੜੀ ਤੀਸਰੀ ਡਿਬੇਟ ਹੈਗੀ ਆ ਉੱਥੇ ਵੀ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਕਿ ਅਸੀਂ ਨਹੀਂ ਪਹੁੰਚਣਾ ਜਾਂ ਅਸੀਂ ਨਹੀਂ ਪਹੁੰਚ ਸਕਦੇ। ਤੇ ਤੁਹਾਨੂੰ ਕੀ ਲੱਗਦਾ ਕਿ PC ਪਾਰਟੀ ਡਿਬੇਟ ਤੋਂ ਕਿਉਂ ਭੱਜਦੀ ਪਈ ਆ? ਲੋਕ ਮੁੱਦਿਆਂ ਤੋਂ ਜਾਣੂ ਨੇ। ਲੋਕਾਂ ਨੇ ਦੇਖਿਆ ਕਿ ਜਿਹੜੇ ਮੁੱਦੇ ਪਿਛਲੀਆਂ ਟਰਮਸ ਦੇ ਵਿੱਚ ਪਿਛਲੇ 2 ਪ੍ਰੀਮੀਅਰਸ ਦੇ ਮੌਕੇ ਆਏ ਸੀ, ਇਹ ਉਹਨਾਂ ਦਾ ਜਵਾਬ ਨਹੀਂ ਦੇ ਸਕਦੇ, ਕਿਉਂਕਿ ਪ੍ਰਿੰਟਰ ਸਾਹਿਬ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਿ ਸ਼ਾਇਦ ਪ੍ਰਿੰਟਰ ਸਾਹਿਬ ਦੇ ਆਉਣ ਦੇ ਨਾਲ ਸਾਰਾ ਸਿਸਟਮ ਬਦਲ ਗਿਆ, ਖਰੇ PC ਪਾਰਟੀ ਰਿਫਾਰਮ ਹੋ ਗਈ ਆ। ਔਰ ਮੈਂ ਇਸ ਨੂੰ ਅੱਗੇ ਵੀ ਗੱਲ ਕੀਤੀ, ਦੁਬਾਰਾ ਰਿਪੀਟ ਕਰ ਦਿੰਦਾ, ਬਦਲਿਆ ਕੀ ਹੈ ਕਿ ਡਿਪਟੀ ਮਿਨਿਸਟਰਸ ਬਦਲੇ ਨੇ। 15 ਦੇ 15 ਮਿਨਿਸਟਰ ਉਹੀ ਨੇ ਜਿਹੜੇ ਐਲਿਸਨ ਰੈਡਫੋਰਡ ਦੇ ਟਾਈਮ ਦੇ ਸੀ। ਜੇ ਉਹ ਲੋਕ ਉਦਣ ਫੇਲ ਹੋਏ ਨੇ ਆਪਣੇ ਲੋਕਾਂ ਦੀ ਆਵਾਜ਼ ਚੁੱਕਣ ਦੇ ਲਈ, ਜਿੱਦਣ ਉਹਨਾਂ ਦਾ ਹੱਕ ਬਣਦਾ ਸੀ ਇਹ ਕਹਿਣ ਦਾ ਕਿ ਗਲਤ ਹੋ ਰਿਹਾ, ਅਸੀਂ ਲੋਕਾਂ ਨੂੰ ਰੀਪ੍ਰਜੈਂਟ ਕਰਨਾ, ਉਦਣ ਵੀ ਐਜ਼ ਅ ਪਪੇਟ ਖੜੇ ਰਹੇ ਨੇ। ਲੋਕ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਨੇ ਉਹਨਾਂ ਨੂੰ ਕਿ ਤੁਸੀਂ ਕਹਿੰਦੇ ਹੋ ਚੇਂਜ ਆ, ਚੇਂਜ ਕੀ ਆ? ਕਿ ਉਹ 15 ਮਿਨਿਸਟਰ ਸੇਮ ਨਹੀਂ? ਤੁਸੀਂ ਪੋਰਟਫੋਲੀਓ ਬਦਲਤੇ, ਕੀ ਡਿਪਟੀ ਮਿਨਿਸਟਰ ਸੇਮ ਨਹੀਂ? ਕੀ ਅਸਿਸਟੈਂਟ ਡਿਪਟੀ ਮਿਨਿਸਟਰ ਸੇਮ ਨਹੀਂ? ਬਿਊਰੋਕਰੈਟ ਸੇਮ ਨਹੀਂ? ਬਦਲਿਆ ਕੀ ਆ? ਇਹਨਾਂ ਸਵਾਲਾਂ ਤੋਂ ਭੱਜਦੇ ਨੇ।
ਇੰਟਾਈਟਲਮੈਂਟਸ ਦੇ ਸਵਾਲਾਂ ਤੋਂ ਭੱਜਦੇ ਨੇ। ਇਸ ਕਰਕੇ ਲੋਕਾਂ ਦੇ ਰੂਬਰੂ ਹੋਣ ਦੇ ਲਈ ਸੱਚ ਪੱਲੇ ਜ਼ਰੂਰ ਹੋਣਾ ਚਾਹੀਦਾ। ਸੋ ਸੱਚ ਪੱਲੇ ਹੈ ਨਹੀਂ, ਇਸ ਕਰਕੇ ਭੱਜਦੇ ਨੇ ਲੋਕਾਂ ਤੋਂ। ਠੀਕ ਹੈ ਜੀ। ਇਸ ਤੋਂ ਇਲਾਵਾ ਹੁਣ ਅਸੀਂ ਤੁਹਾਡੀ ਰਾਈਡਿੰਗ ਵੱਲ ਨੂੰ ਚੱਲ ਪੈਂਦੇ ਹਾਂ ਜੀ। ਤੁਸੀਂ ਆਪਣੀ ਰਾਈਡਿੰਗ ਜਿਹੜੀ ਪਹਿਲਾਂ ਤੁਹਾਡੀ ਸੀਗੀ ਉਹ ਕੈਲਗਰੀ ਦੀ ਕ੍ਰਾਸ ਸੀਗੀ, ਔਰ ਉਸ ਤੋਂ ਬਾਅਦ ਹੁਣ ਤੁਸੀਂ ਕੈਲਗਰੀ ਮੈਕੌਲ ਦੇ ਵਿੱਚ ਜਿਹੜੀ ਆਪਣੀ ਰਾਈਡਿੰਗ ਤੋਂ ਤੁਸੀਂ ਲੜ ਰਹੇ ਹੋ, ਅਤੇ ਇੱਥੇ ਤੁਹਾਨੂੰ ਇਹ ਐਡਵਾਂਟੇਜ ਲੱਗਦਾ ਪਿਆ ਜਾਂ ਡਿਸਐਡਵਾਂਟੇਜ ਲੱਗਦਾ ਪਿਆ ਕਿ ਤੁਸੀਂ ਇਲੈਕਸ਼ਨਸ ਤੋਂ ਇੰਨਾ ਸਮਾਂ ਪਹਿਲਾਂ ਆਪਣੀ ਜਿਹੜੀ ਨੋਮੀਨੇਸ਼ਨ ਅਨਾਊਂਸ ਕਰ ਦਿੱਤੀ ਹੈ? ਪਾਰਟੀ ਦੇ ਸਿਪਾਹੀ ਜੰਗੇ ਮੈਦਾਨ ਵਿੱਚ ਜਦੋਂ ਜਾਂਦੇ ਨੇ, ਉਦੋਂ ਕਿਹੜੇ ਮੋਰਚੇ 'ਤੇ ਕਮਾਂਡਰ ਭੇਜਦਾ ਇਹ ਨਹੀਂ ਦੇਖਦੇ। ਅਸੀਂ ਤਾਂ ਪਾਰਟੀ ਦੇ ਸਿਪਾਹੀ ਹਾਂ, ਅਤੇ ਜਿੱਥੇ ਲੀਡਰ ਦਾ ਹੁਕਮ ਹੋ ਗਿਆ ਵੀ ਇਸ ਰਾਈਡਿੰਗ 'ਚ ਜਾਣਾ ਹੈ, ਅਸੀਂ ਉੱਥੇ ਪਹੁੰਚ ਗਏ। ਔਰ ਅੱਗੇ ਵੀ ਇਲੈਕਸ਼ਨ ਜਿਹੜੀ ਆ ਉਹ ਵਾਈਲਡ ਰੋਜ਼ ਪਾਰਟੀ ਦੀਆਂ ਪੋਲਿਸੀਜ਼, ਬੈਨਰ ਸਿਸਟਮ ਜਿਹੜੀਆਂ ਅਸੀਂ ਪਬਲਿਕ ਦੇ ਲਈ ਕੀ ਕਰਨਾ ਉਹਦੇ ਨਾਲ ਲੜੀ ਹੈ। ਰਾਈਡਿੰਗ ਚੇਂਜ ਹੋਣ ਦੇ ਨਾਲ ਮੈਂ ਕਦੇ ਐਡਵਾਂਟੇਜ ਜਾਂ ਡਿਸਐਡਵਾਂਟੇਜ ਦੀ ਗੱਲ ਨਹੀਂ ਸੋਚੀ। ਮੈਂ ਤਾਂ ਸਰਵਿਸ ਟੂ ਸਟੇਟ ਦੇ ਲਈ ਆਇਆ, ਔਰ ਸਰਵਿਸ ਕਰਨੀ ਆ ਸਟੇਟ ਦੀ। ਪਾਰਟੀ ਦੀਆਂ ਪੋਲਿਸੀਜ਼ ਦੀ ਗੱਲ ਕਰਨੀ ਆ, ਪਾਰਟੀ ਦੀਆਂ ਪੋਲਿਸੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ। ਉਹ ਅੱਜ ਵੀ ਬੈਠਾ ਤੁਹਾਡੇ ਸਾਹਮਣੇ ਉਹੀ ਕਰ ਰਿਹਾ, ਅਤੇ ਡੋਰ ਟੂ ਡੋਰ ਜਾ ਕੇ ਵੀ ਉਹੀ ਕਰਨਾ ਹੈ। ਸੋ ਮੇਰੇ ਲਈ ਐਡਵਾਂਟੇਜ ਜਾਂ ਡਿਸਐਡਵਾਂਟੇਜ ਨਹੀਂ, ਮੇਰੇ ਲਈ ਮੈਨਾਂ ਇਹ ਰੱਖਦੀ ਆ ਕਿ ਵਾਈਲਡ ਰੋਜ਼ ਪਾਰਟੀ ਦੀਆਂ ਪੋਲਿਸੀਜ਼ ਨੂੰ ਲੋਕਾਂ ਦੇ ਵਿੱਚ ਪਹੁੰਚਾਉਣਾ ਅਤੇ ਇਹ ਰਾਈਡਿੰਗ ਨੂੰ ਜਿੱਤਣਾ, ਔਰ ਇਹ ਇੰਪੋਰਟੈਂਟ ਗੱਲ ਆ। ਉਹਦੇ ਲਈ ਮੈਂ ਕੰਮ ਸ਼ੁਰੂ ਕੀਤਾ ਹੈ, ਔਰ ਮੈਨੂੰ ਉਮੀਦ ਆ ਕਿ ਪਬਲਿਕ ਜਿਹੜੀ ਹੈਗੀ ਆ ਉਹ ਮੇਰਾ ਸਾਥ ਦੇਵੇਗੀ, ਵਾਈਲਡ ਰੋਜ਼ ਪਾਰਟੀ ਦਾ ਸਾਥ ਦੇਵੇਗੀ, ਔਰ ਅਸੀਂ ਜ਼ਰੂਰ 2016 ਦੇ ਵਿੱਚ ਵਾਈਲਡ ਰੋਜ਼ ਦੀ ਸਰਕਾਰ ਬਣਾਵਾਂਗੇ। ਔਰ ਜੇ ਬਾਈ ਇਲੈਕਸ਼ਨ ਹੁੰਦੀ ਆ ਅਤੇ ਤਦ ਵੀ ਜਿਹੜੀ ਕੈਲਗਰੀ ਮੈਕੌਲ ਹੈ ਇਹ ਜਿੱਤੀ ਜਾਏਗੀ, ਔਰ ਵਾਈਲਡ ਰੋਜ਼ ਦਾ MLA ਇੱਥੋਂ ਬਣੇਗਾ। ਪਰ ਜਿਹੜਾ ਨੋਮੀਨੇਸ਼ਨ ਹੈਗੀ ਉਹ ਬਹੁਤ ਸਮਾਂ ਪਹਿਲਾਂ ਅਨਾਊਂਸ ਹੋ ਗਈ ਹੈ, ਔਰ ਇੰਨਾ ਲੰਬਾ ਸਮਾਂ ਤੁਹਾਨੂੰ ਲੱਗਦਾ ਹੈ ਕਿ ਇਹ ਕੈਂਪਿੰਗ ਚੱਲ ਪਾਊਗੀ? ਮੈਂ ਪਿਛਲੀ ਵਾਰ ਜਦੋਂ ਕੈਲਗਰੀ ਕ੍ਰਾਸ ਦਾ ਕੈਂਡੀਡੇਟ ਬਣਿਆ, ਉਦੋਂ ਵੀ 1.5 ਸਾਲ ਪਹਿਲਾਂ ਕੈਂਡੀਡੇਟ ਬਣ ਗਿਆ ਸੀ। ਠੀਕ ਹੈ ਜੀ। ਸੋ ਜਦੋਂ ਵੀ ਆ PC ਸਰਕਾਰ ਦਾ ਚੱਲ ਰਿਹਾ ਸੀਗਾ ਵੀ ਪਤਾ ਨਹੀਂ ਕੀ ਹੋਣਾ ਆ, ਬੜੀ ਅਨਸਰਟਨਟੀ ਸੀਗੀ ਸੂਬੇ ਦੇ ਵਿੱਚ। ਨੈਚੁਰਲੀ ਹੁੰਦਾ ਕਿ ਜਿਹੜੀਆਂ ਪਾਰਟੀਆਂ ਨੇ ਉਹ ਚਾਹੁੰਦੀਆਂ ਨੇ ਕਿ ਜਿਹੜੇ ਕੈਂਡੀਡੇਟਸ ਨੂੰ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ, ਜਿਹੜੀ ਪਾਰਟੀ ਨੂੰ ਪਤਾ ਕਿ ਆ ਕੈਂਡੀਡੇਟ ਸਾਡੇ ਸਰਵ ਕਰਨਾ ਚਾਹੁੰਦੇ ਨੇ, ਉਹ ਕੈਂਡੀਡੇਟ ਆਲਰੇਡੀ ਅੱਗੇ ਆ ਗਏ ਨੇ। ਸੋ ਇਸ ਕਰਕੇ ਇਹ ਪਾਰਟੀ ਦੀਆਂ ਇੰਟਰਨਲ ਪੋਲਿਸੀ ਸਿਸਟਮ ਹੁੰਦਾ ਹੈ ਕਿ ਕਦੋਂ ਉਹਨਾਂ ਨੇ ਰਾਈਡਿੰਗਸ ਖੋਲ੍ਹਣੀ ਆ, ਕਦੋਂ ਨੋਮੀਨੇਟ ਕਰਨਾ ਹੈ। ਮੈਨੂੰ ਪਾਰਟੀ ਨੇ ਜਦੋਂ ਹੁਕਮ ਕੀਤਾ ਮੈਂ ਉੱਥੇ ਕੈਂਡੀਡੇਟ ਬਣ ਗਿਆ। ਅਗੇਨ ਇਹ 'ਚ ਕੋਈ ਐਡਵਾਂਟੇਜ ਡਿਸਐਡਵਾਂਟੇਜ ਨਹੀਂ। ਮੈਂ ਬਿਲਕੁਲ ਇਲੈਕਸ਼ਨ ਲੜਨ ਦਾ ਅਨਾਊਂਸ ਕੀਤਾ ਸੀ। ਪਿਛਲੀਆਂ ਜਦੋਂ ਮੈਂ ਇਲੈਕਸ਼ਨ ਹਾਰਿਆ, ਆਮ ਤੌਰ 'ਤੇ ਲੋਕ ਹਾਰ ਕੇ ਕਹਿ ਦਿੰਦੇ ਆ ਜੀ ਕਿ ਅਸੀਂ ਨਹੀਂ, ਮੈਂ ਉੱਦਣ ਹੀ ਅਨਾਊਂਸ ਕੀਤਾ ਸੀ ਕਿ ਮੈਂ ਅਗਲੀ ਵਾਰ ਨੂੰ ਫਿਰ ਇਲੈਕਸ਼ਨ ਲੜਾਂਗਾ। ਔਰ ਮੇਰਾ ਮਾਈਂਡ ਮੇਡ ਅਪ ਸੀਗਾ, ਜਦੋਂ ਮੈਂ ਇਲੈਕਸ਼ਨ ਲੜਨੀ ਆ, ਜਦੋਂ ਪਬਲਿਕ ਸਰਵਿਸ ਦੇ ਵਿੱਚ ਆਉਣਾ ਹੀ ਆ, ਅਤੇ ਮੈਨੂੰ ਕੋਈ ਫਰਕ ਨਹੀਂ ਉਹ 1.5 ਸਾਲ ਪਹਿਲਾਂ ਹੋਵੇ ਜਾਂ 6 ਮਹੀਨੇ ਪਹਿਲਾਂ ਹੋਵੇ, ਆਈ ਐਮ ਰੈਡੀ ਫॉर ਇਟ। ਠੀਕ ਹੈ ਜੀ। ਅਸੀਂ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਇਹ ਨਾ ਇਲੈਕਸ਼ਨਸ ਦੇ ਵਿੱਚ ਬਹੁਤ ਵਧੀਆ ਕੰਮ ਕਰੋ, ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਵਾਈਲਡ ਰੋਜ਼ ਇਸ ਵਾਰੀ PC ਪਾਰਟੀ ਨੂੰ ਵਧੀਆ ਇੱਕ ਮੈਸੇਜ ਜਿਹੜਾ ਹੈ ਉਹ ਦੇ ਸਕੇ। ਜਿਹੜੀ ਅਲਬਰਟਾ ਦੀ ਆਵਾਮ ਆ ਉਹ ਵੀ ਅਲਬਰਟਾ ਦੇ ਵਿੱਚ ਜਿਹੜਾ ਇੱਕ ਚੇਂਜ ਆ ਉਹਦੇ ਲਈ ਜਿਹੜੀ ਜਦੋਜਹਿਦ ਹੋ ਰਹੀ ਆ, ਸ਼ਾਇਦ ਕੁਛ ਨਾ ਕੁਛ ਨਵਾਂ ਸਾਨੂੰ ਵੀ ਦੇਖਣ ਨੂੰ ਮਿਲੇ। ਸੋ ਤੁਸੀਂ ਸਾਡੇ ਕੋਲ ਇੱਥੇ ਆਏ, ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਅਤੇ ਮੈਂ ਆਪਣੀ ਚੱਕ ਦੇ ਚੈਨਲ ਦੀ ਪੂਰੀ ਟੀਮ ਵੱਲੋਂ ਔਰ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਨੂੰ ਸਮਾਂ ਦਿੱਤਾ ਕਿ ਮੈਂ ਆਪਣੀ ਪਾਰਟੀ ਦਾ ਮੈਸੇਜ ਤੁਹਾਡੇ ਸਰੋਤਿਆਂ ਦੇ ਰੂਬਰੂ ਕਰ ਸਕਿਆ। ਸੋ ਤੁਹਾਡੀ ਸਮੁੱਚੀ ਟੀਮ ਦਾ ਵੀ ਧੰਨਵਾਦ। ਅੰਤ ਵਿੱਚ ਮੈਂ ਤੁਹਾਡੇ ਸਰੋਤਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਪਰਸੈਪਸ਼ਨ ਨੂੰ ਰਿਐਲਿਟੀ ਨਹੀਂ ਬਣਨ ਦੇਈਦਾ। ਕਈ ਵਾਰ ਜਦੋਂ ਪਰਸੈਪਸ਼ਨ ਰਿਐਲਿਟੀ ਬਣਦੀ ਆ ਅਤੇ ਅਸਲੀਅਤ ਲੁਕ ਜਾਂਦੀ ਆ। ਸੋ ਤੁਸੀਂ ਵਾਈਲਡ ਰੋਜ਼ ਪਾਰਟੀ ਦੀ ਵੈਬਸਾਈਟ 'ਤੇ ਜਾਓ, ਵਾਈਲਡ ਰੋਜ਼ ਪਾਰਟੀ ਦੀਆਂ ਪੋਲਿਸੀਜ਼ ਨੂੰ ਆਪ ਪੜ੍ਹੋ ਤਾਂ ਕਿ ਤੁਹਾਨੂੰ ਅਸਲੀਅਤ ਸਾਹਮਣੇ ਆਵੇ। ਔਰ ਜੇ ਕਿਸੇ ਕੁਐਸਚਨ 'ਤੇ ਤੁਹਾਨੂੰ ਕੋਈ ਗੱਲ ਹੈਗੀ ਆ, ਕੋਈ ਉਹਦਾ ਵੀ ਕੁਐਸਚਨ ਹੈ ਕਿਸੇ ਪੋਲਿਸੀ 'ਤੇ, ਅਤੇ ਅਸੀਂ ਉੱਥੇ ਹਰ ਵੇਲੇ ਬੈਠੇ ਹਾਂ, ਮੈਂ ਹਾਜ਼ਰ ਹਾਂ। ਪਲੀਜ਼ ਮੈਨੂੰ ਕਾਲ ਕਰ ਸਕਦੇ ਹੋ। ਸਾਡੀ ਪਾਰਟੀ ਦੇ ਹੈੱਡਕੁਆਟਰ 'ਤੇ ਫੋਨ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਉਹਦਾ ਰਿਸਪੌਂਸ ਦਿੱਤਾ ਜਾਵੇਗਾ। ਪਰ ਆਪ ਖੁਦ ਪੜ੍ਹੋ, ਕਿਉਂਕਿ ਜਿਸ ਵੀ ਸਿਸਟਮ ਦੇ ਵਿੱਚ ਬੁੱਕ ਕਲਚਰ ਗੁਆਚਦਾ ਹੈ ਉਹ ਸਿਸਟਮ ਫੇਲ ਹੁੰਦਾ ਹੈ। ਸੋ ਐਟ ਪ੍ਰੈਜ਼ੈਂਟ ਅਸੀਂ ਕਈ ਵਾਰੀ ਸੁਣੀ ਸੁਣਾਈ ਗੱਲ 'ਤੇ ਚੱਲ ਜਾਂਦੇ ਹਾਂ। ਸੋ ਵਾਈਲਡ ਰੋਜ਼ ਪਾਰਟੀ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹ ਲੋਕ ਪੱਖੀ ਨੇ, ਤੁਹਾਨੂੰ ਅਲਬਰਟਨਸ ਨੂੰ ਸਰਵ ਕਰਨ ਪੱਖੀ ਨੇ। ਸੋ ਆਪ ਇਹਨਾਂ ਨੂੰ ਪੜ੍ਹੋ, ਆਪ ਇਹਨਾਂ ਦੀ ਕੋਖ ਕਰੋ, ਔਰ ਤਾਂ ਕਿ ਆਪਾਂ ਰਲ ਮਿਲ ਕੇ ਇੱਕ ਵਧੀਆ ਅਲਬਰਟਾ ਬਣਾ ਸਕੀਏ ਔਰ ਸਾਰਿਆਂ ਦੀ ਸੇਵਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜੀ ਹੈਪੀ ਮਾਨ, ਜਿਹੜੇ ਕਿ ਕੈਲਗਰੀ ਮੈਕੌਲ ਤੋਂ ਵਾਈਲਡ ਰੋਜ਼ ਦੇ ਕੈਂਡੀਡੇਟ ਨੇ। ਆਉਣ ਵਾਲੀਆਂ ਜਿਹੜੀਆਂ 2016 ਦੇ ਵਿੱਚ ਇਲੈਕਸ਼ਨਸ ਨੇ,
ਹੁਣ ਸਮਾਂ ਕਾਫੀ ਹੋ ਚੱਲਿਆ ਜੀ, ਤੁਹਾਡੇ ਤੋਂ ਲੈਣੇ ਇਜਾਜ਼ਤ। ਤੁਹਾਨੂੰ ਇਹ ਸ਼ੋਅ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਈਮੇਲ ਦੇ ਰਾਹੀਂ ਜਾਂ ਫ਼ੋਨ ਨੰਬਰ ਦੇ ਰਾਹੀਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਵੀ ਫੋਲੋ ਕਰ ਸਕਦੇ ਹੋ, ਨਾਲ ਦੀ ਨਾਲ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਸ਼ੋਅ ਦੇ ਵਿੱਚ ਇੱਕ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।